थिर कर बैसो हर जन प्यारे। सतगुरु तुमरे काज सवारे। ऐसे शब्द आपां जदों सुणदे हां ते अपना ये ख्याल है कि सतगुरु जी कारज करते हैं जां परमात्मा करता है। और बहुत सारे ऐसे उपदेश हैं जिन्हां विच कहा जाता है कि भगतां दे कारज परमात्मा करता है, संतां के कारज आप खलोवा, हर काम करावण आया राम। तन्ने भगत दे बहुत सारे काम कीते, आपां पढ़दे हां तां सुणदे हां। फिर सवाल ये कई बार पैदा हो जाता है कि अपने कारज क्यों नहीं परमात्मा करता है, कि असीं भी तां उहदा चिंतन करते हाँ, सिमरन करते हैं। कहते हैं परमात्मा साधना करने वाले दी रसना ते वसदा है, जो चाहुंदा है वो परमात्मा उहदा कारज कर दिंदा है। यह दो दृष्टियां हन। पहली दृष्टि है भगत दी। ये जो उपदेश है कि सारे कारज भगतां दे परमात्मा करदा है, ये भगत दा दृष्टिकोण है। ते जिहड़ा साधना करने वाला है ज्ञानवान, वो कहंदा उद्यम करेंदियां जियो त्यामदियां तू सुख पहुंच। कि बिना कुछ कीतियां काम हुंदे नहीं हन। रोटी भी अपने आप मूँह दे विच नहीं पै जाती, कमाउणी पैंदी, खानी पैंदी, अपने आप ते नहीं पैंदी। कुछ करांगे ना ते अपने आप किवें हो सकदा है, कुछ करना ते पैना ही है ना। ये दो दृष्टियां हन, दोवें ठीक हन। जे आपां गहराई ना समझांगे ते समझ विच भी आ जांदे हन। जो ज्ञानवान कह रहा है वो भी ठीक है कि अपने आप कुछ नहीं हुंदा है, करना पैंदा। महात्मा बुद्ध या महावीर या गुरु तेग बहादुर साहिब, इन्हां दे मार्ग ज्ञान दा मार्ग है। साधना कर करके परमात्मा नूं पाया है। पाया नहीं है, आप ही परमात्मा हो गए। करना है कुछ,
ਕਰਕੇ ਹੀ ਆਪਾਂ ਕੁਝ ਪਾ ਸਕਦੇ। ਇਹ ਹਿਸਾਬ ਕਿਤਾਬ ਦੀ ਭਾਸ਼ਾ ਆਪਾਂ ਸਾਰੇ ਹੀ ਜਾਣਦੇ ਹਾਂ। ਬਿਨਾਂ ਕੀਤਿਆਂ ਕੁਝ ਨਹੀਂ ਹੋ ਸਕਦਾ। ਤੇ ਸੰਸਾਰ ਦੇ ਵਿੱਚ ਜਦੋਂ ਆਪਾਂ ਕੁਝ ਕਰਦੇ ਹਾਂ, ਧਨ ਦੇ ਪਿੱਛੇ ਭੱਜਦੇ ਹਾਂ, ਧਨ ਕਮਾਉਣ ਦੀ ਕੋਸ਼ਿਸ਼ ਕਰਦੇ ਤੇ ਧਨ ਮਿਲ ਜਾਂਦਾ ਹੈ। ਫਿਰ ਜਦੋਂ ਆਪਾਂ ਧਾਰਮਿਕ ਲੋਕਾਂ ਦੀਆਂ ਗੱਲਾਂ ਸੁਣਦੇ ਹਾਂ ਵੀ ਪਰਮਾਤਮਾ ਹੀ ਸਾਰੇ ਕੰਮ ਕਰਦਾ ਹੈ, ਸਾਧਕ ਦੇ ਜਿਹੜਾ ਥਿਰ ਬੈਠ ਜਾਂਦਾ ਹੈ ਰੱਬ ਦਾ ਸਿਮਰਨ ਕਰਨ ਵਾਲਾ, ਫਿਰ ਇਹ ਜਿਹੜੀ ਭੱਜ ਦੌੜ ਹੈ ਸਾਨੂੰ ਇੰਨੀ ਪਈ ਹੋਈ, ਇਹ ਵੀ ਕਿਉਂ ਨਹੀਂ ਪਰਮਾਤਮਾ ਕਰਦਾ? ਵੀ ਪਰਮਾਤਮਾ ਹੀ ਕਰ ਰਿਹਾ ਹੈ ਸਭ ਕੁਝ। ਬਲਕਿ ਜ਼ਿਆਦਾਤਰ ਤੇ ਇਉਂ ਵੀ ਹੋ ਜਾਂਦਾ ਹੈ, ਸਾਧਨਾ ਕਰਨ ਵਾਲੇ ਧਿਆਨ ਦੇ ਵਿੱਚ ਜਦੋਂ ਗਹਿਰੇ ਜਾਂਦੇ ਤੇ ਸੰਸਾਰੀ ਜਿਹੜੀ ਉਹਨਾਂ ਦੀ ਪ੍ਰਵਿਰਤੀ ਦਾ ਮਾਰਗ ਹੈ, ਸੰਸਾਰ ਦੇ ਵਿੱਚ ਜਿਹੜੀ ਤਰੱਕੀ ਹੈ ਉਹ ਘਟ ਜਾਂਦੀ। ਕਈ ਵਾਰ ਹੈਰਾਨ ਹੁੰਦੇ ਵੀ ਲੋਕ ਸੁਖੀਏ ਪਰ ਲੋਕ ਸੁਹੇਲੇ, ਵੀ ਇੱਥੇ ਵੀ ਬਹੁਤ ਕੁਝ ਮਿਲਦਾ ਹੈ, ਇੱਥੇ ਵੀ ਸੁੱਖ ਮਿਲਦਾ ਹੈ, ਮਰਨ ਤੋਂ ਬਾਅਦ ਅੱਗੇ ਵੀ ਸੁੱਖ ਹੀ ਮਿਲਦਾ ਹੈ, ਸਾਨੂੰ ਕਿਉਂ ਨਹੀਂ ਮਿਲ ਰਿਹਾ? ਵੀ ਸਾਨੂੰ ਵੀ ਤਾਂ ਮਿਲਣਾ ਚਾਹੀਦਾ ਨਾ। ਅਸੀਂ ਤਾਂ ਇੱਥੇ ਬਹੁਤ ਕੋਸ਼ਿਸ਼ ਕਰਦੇ ਪਰ ਫਿਰ ਵੀ ਗੱਲ ਨਹੀਂ ਬਣਦੀ। ਜੇ ਸੰਸਾਰ 'ਚ ਹੀ ਅਸਫਲ ਹਾਂ ਤੇ ਅੱਗੇ ਕਿਹੜੇ ਸਫਲ ਹੋ ਸਕਦੇ? ਸੰਸਾਰ 'ਚ ਹੀ ਨਹੀਂ ਕੁਝ ਮਿਲ ਰਿਹਾ, ਇੰਨੀ ਨੱਠ ਭੱਜ ਕੱਢ, ਮਰਨ ਤੋਂ ਬਾਅਦ ਮਿਲੇਗਾ ਇਹ ਕੀ ਪੱਕਾ ਹੈ? ਪੱਕਾ ਤੇ ਕੁਝ ਵੀ ਨਹੀਂ ਹੈ। ਸੰਸਾਰ 'ਚ ਹੀ ਨਹੀਂ ਸਫਲ ਹੋ ਰਿਹਾ ਤੇ ਅੱਗੇ ਸਫਲਤਾ ਦਾ ਕੀ ਪੱਕਾ ਹੈ? ਮਿਲ ਸਕਦੀ ਹੈ ਕਿ ਨਹੀਂ ਮਿਲ ਸਕਦੀ? ਬਹੁਤ ਸਾਰੇ ਪ੍ਰਸ਼ਨ ਮਨ ਦੇ ਵਿੱਚ ਉੱਠਦੇ ਹਨ। ਆਪਾਂ ਪੁਰਾਣੀਆਂ ਸਟੋਰੀਆਂ ਪੜ੍ਹਦੇ ਹਾਂ, ਹਿਸਟਰੀਆਂ ਪੜ੍ਹਦੇ, ਗੁਰਸਿੱਖਾਂ ਦੀਆਂ ਵਿਚਾਰਦੇ ਹਾਂ ਕਿ ਗੁਰਸਿੱਖਾਂ ਦੇ ਕਾਰਜ ਪ੍ਰਮਾਤਮਾ ਨੇ ਕੀਤੇ, ਸੇਵਕਾਂ ਦੇ ਕੰਮ ਕੀਤੇ, ਭਗਤਾਂ ਦੇ ਕੰਮ ਕੀਤੇ, ਨਾਮਦੇਵ ਦੀ ਛਪਰੀ ਬਣਾਈ, ਧੰਨੇ ਦੀਆਂ ਗਾਵਾਂ ਚਾਰੀਆਂ, ਪਾਣੀ ਮੋੜਿਆ। ਬਹੁਤ ਸਾਰੇ ਉਲੇਖ ਮਿਲਦੇ ਹਨ ਪੁਰਾਤਨ, ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਪਰਮਾਤਮਾ ਭਗਤਾਂ ਦੇ ਕਾਰਜ ਕਰਦਾ ਹੈ, ਕੰਮ ਕਰਦਾ ਹੈ। ਦਰਅਸਲ ਆਪਾਂ ਜਦੋਂ ਕੁਝ ਪੜ੍ਹਦੇ ਹਾਂ, ਸੁਣਦੇ ਹਾਂ ਤੇ ਆਪਣੇ ਤਲ ਤੇ ਹੀ ਉਹਨਾਂ ਨੂੰ ਵਿਚਾਰਦੇ ਹਾਂ। ਕਿਹਾ ਹੋਇਆ ਗਲਤ ਨਹੀਂ ਹੈ, ਜੋ ਵੀ ਉਪਦੇਸ਼ ਹੈ ਬਿਲਕੁਲ ਠੀਕ ਹੈ। ਭਗਤਾਂ ਦੇ ਕਾਰਜ ਪਰਮਾਤਮਾ ਕਰਦਾ ਹੈ, ਸਾਧਨਾ ਕਰਨ ਵਾਲਿਆਂ ਦਾ ਸਭ ਕੁਝ ਪਰਮਾਤਮਾ ਕਰਦਾ। ਪਰ ਆਪਣੀ ਜਿਹੜੀ ਸਮਝ ਹੈ ਉਹਦਾ ਤਲ ਥੋੜਾ ਜਿਹਾ ਨੀਵਾਂ ਹੈ। ਜੋ ਵੀ ਉਪਦੇਸ਼ ਦਿੱਤੇ ਜਾਂਦੇ ਹਨ ਮਹਾਂਪੁਰਖਾਂ ਵੱਲੋਂ, ਆਪਾਂ ਆਪਣੇ ਤਲ ਤੇ ਹੀ ਵਿਚਾਰ ਸਕਦੇ ਹਾਂ ਤੇ ਸਮਝ ਸਕਦੇ ਹਾਂ।
ਇਸੇ ਕਰਕੇ ਗੁਰਬਾਣੀ ਦਾ ਜਾਂ ਮਹਾਂਪੁਰਸ਼ਾਂ ਦਾ ਉਪਦੇਸ਼ ਹਰ ਇੱਕ ਪ੍ਰਾਣੀ ਸੁਣਦਾ ਹੈ ਤਾਂ ਉਹਦਾ ਅਰਥ ਆਪਣੇ ਢੰਗ ਦੇ ਨਾਲ ਕਰਦਾ, ਆਪਣੇ ਢੰਗ ਦੇ ਨਾਲ ਵਿਚਾਰਦਾ, ਆਪਣੇ ਢੰਗ ਦੇ ਨਾਲ ਸਮਝਦਾ। ਜਿੱਥੋਂ ਤੱਕ ਉਹਦੀ ਬੁੱਧੀ ਦੀ ਪਹੁੰਚ ਹੁੰਦੀ, ਵਿਚਾਰ ਸੋਚਦਾ, ਸਮਝਦਾ। ਇਸ ਕਰਕੇ ਆਪਾਂ ਜਦੋਂ ਕੋਈ ਵੀ ਸ਼ਬਦ ਦੀ ਵਿਚਾਰ ਕਰੀਏ, ਜੋ ਕੁਝ ਆਪਾਂ ਨੂੰ ਸਮਝ ਵਿੱਚ ਆਵੇ, ਉੱਥੇ ਨਹੀਂ ਰੁਕ ਜਾਣਾ ਕਦੇ ਵੀ। ਉਹ ਸੀਮਾ ਨਹੀਂ ਹੈ ਜੋ ਆਪਾਂ ਨੂੰ ਸਮਝ ਵਿੱਚ ਆਇਆ, ਉਸ ਤੋਂ ਅੱਗੇ ਵੀ ਬਹੁਤ ਕੁਝ ਹੈ, ਬਹੁਤ ਕੁਝ। ਕਹਿੰਦੇ ਸੂਫੀਆਂ ਦਾ ਇੱਕ ਮਾਰਗ ਹੈ, ਉਹਦੇ ਵਿੱਚ ਸੂਫੀ ਜਿਹੜਾ ਪਹਿਲ ਜਗਿਆਸੂ ਆਇਆ ਹੁੰਦਾ, ਉਹਨੂੰ ਛੋਟੀ ਜਿਹੀ ਕਿਤਾਬ ਦਿੰਦੇ ਹਨ, ਪੁਸਤਕ ਹੱਥ ਦੇ ਵਿੱਚ ਫੜਾ ਦਿੰਦੇ, ਕਹਿੰਦੇ ਵੀ ਇਹ ਜੋ ਉਪਦੇਸ਼ ਲਿਖਿਆ ਹੋਇਆ ਹੈ ਇਹਦੇ ਅਰਥ ਕਰਕੇ ਲਿਆ। ਉਹ ਜਗਿਆਸੂ ਅਰਥ ਕਰਕੇ ਲੈ ਕੇ ਆਉਂਦਾ, ਫਿਰ ਸਾਧਨਾ ਕਰਦਾ ਰਹਿੰਦਾ। 6 ਮਹੀਨੇ ਦੇ ਬਾਅਦ ਫਿਰ ਉਹਨੂੰ ਕਹਿੰਦੇ ਹਨ ਜਾਂ ਫਿਰ ਅਰਥ ਕਰ, ਜੋ ਤੈਨੂੰ ਸਮਝ ਵਿੱਚ ਆਇਆ ਉਹ ਲਿਖ ਕੇ ਲਿਆ। ਉਹ ਫਿਰ ਚਲੇ ਜਾਂਦਾ, ਜੋ ਵੀ ਉਹਦੀ ਪਕੜ ਵਿੱਚ ਆਉਂਦਾ, ਸਮਝ ਵਿੱਚ ਆਉਂਦਾ, ਲਿਖ। ਏਦਾਂ ਤਕਰੀਬਨ 6-7 ਸਾਲ ਉਹਦੇ ਕੋਲ ਅਰਥ ਕਰਾਉਂਦੇ ਹਨ। ਨਾਲੇ ਨਾਲੇ ਉਹਦੀ ਬੁੱਧੀ ਦੀ ਸਮਝ ਵਿੱਚ ਵੀ ਆਉਂਦਾ ਹੈ। ਤੇ ਸੂਫੀ ਸੰਤ ਜਿਹੜੇ ਅਭਿਆਸ ਕਰਵਾ ਰਹੇ ਹਨ, ਉਹਨਾਂ ਨੂੰ ਵੀ ਪਤਾ ਲੱਗਦਾ ਹੈ ਵੀ ਇਹ ਸ਼ਿਸ਼ ਦਾ ਕਿੱਥੋਂ ਕੁ ਤੱਕ ਪਹੁੰਚ, ਕਿੰਨਾ ਕੁ ਵਿਕਾਸ ਹੋ ਗਿਆ। ਅਰਥਾਂ ਤੇ ਹੀ ਡਿਪੈਂਡ ਕਰਦਾ ਕਿ ਕੈਸੇ ਅਰਥ ਇਹ ਲੈ ਕੇ ਆਉਂਦਾ ਤੇ ਕਿੱਥੋਂ ਤੱਕ ਇਹਦਾ ਵਿਕਾਸ ਹੋ ਗਿਆ। ਤੇ ਜਦੋਂ 6-7 ਸਾਲ ਬਾਅਦ ਉਹਨੂੰ ਸਾਰੇ ਹੀ ਅਰਥ ਉਹਦੇ ਸਾਹਮਣੇ ਰੱਖ ਦਿੰਦੇ ਹਨ ਵੀ ਜਿਹੜੇ ਤੂੰ ਕੀਤੇ ਹੋਏ ਹਨ ਉਹ ਅਸੀਂ ਸਾਂਭ ਕੇ ਰੱਖੇ, ਤੇ ਤੂੰ ਦੇਖ ਪਹਿਲੇ ਤੂੰ ਕਿਹੜੇ ਅਰਥ ਕੀਤੇ, ਫਿਰ ਤੂੰ ਉਸੇ ਸ਼ਬਦ ਦੇ ਫਿਰ ਕਿਹੜੇ ਅਰਥ ਕੀਤੇ ਹੋਏ ਹਨ, ਤੇ 6 ਸਾਲਾਂ ਦੇ ਵਿੱਚ ਕਿੰਨਾ ਵਿਕਾਸ ਹੋ ਗਿਆ, ਕਿੰਨਾ ਫਰਕ ਪੈ ਗਿਆ। ਉਹ ਵੀ ਹੈਰਾਨ ਹੋ ਜਾਂਦਾ, ਆਪਣੇ ਅਰਥ ਦੇਖ ਕੇ ਵੀ ਹੈਰਾਨ ਹੋ ਜਾਂਦਾ ਵੀ ਮੈਂ ਪਹਿਲੇ ਇਹ ਅਰਥ ਕੀਤੇ ਸੀ, ਹੁਣ ਮੈਂ ਇਸ ਢੰਗ ਦੇ ਨਾਲ ਸੋਚਦਾ, ਵਿਚਾਰਦਾ। ਪੰਕਤੀਆਂ ਉਹੀ ਹਨ, ਪੰਕਤੀਆਂ ਦਾ ਕੋਈ ਫਰਕ ਨਹੀਂ ਹੈ, ਉਹੀ ਉਪਦੇਸ਼ ਹੈ, ਪਰ ਫਰਕ ਫਿਰ ਬਹੁਤ ਪੈ ਜਾਂਦਾ। ਏਦਾਂ ਹੀ ਆਪਾਂ ਜੋ ਕੁਝ ਵੀ ਸੁਣਦੇ ਹਾਂ, ਸਮਝਦੇ ਹਾਂ, ਆਪਾਂ ਸਾਰਿਆਂ ਨੂੰ ਲੱਗਦਾ ਜਦੋਂ ਆਪਾਂ ਸਮਝਦੇ ਹਾਂ ਵੀ ਮੈਂ ਸਮਝ ਲਿਆ। ਜਦੋਂ ਆਪਾਂ ਕਹਿ ਦਿੰਦੇ ਮੈਂ ਸਮਝ ਲਿਆ, ਮੈਨੂੰ ਪਤਾ ਲੱਗ ਗਿਆ, ਬਸ ਮੈਂ ਜਾਣ ਲਿਆ, ਉਦੋਂ ਆਪਾਂ ਰੁਕ ਜਾਂਦੇ ਹਾਂ, ਅੱਗੇ ਵਿਕਾਸ ਨਹੀਂ ਹੁੰਦਾ। ਵਿਕਾਸ ਉਹਦਾ ਹੀ ਹੁੰਦਾ ਜਿਹੜਾ ਖੋਜਦਾ, ਕਹਿੰਦਾ ਇੱਥੋਂ ਤੱਕ ਨਹੀਂ, ਅਜੇ ਸਮਝਿਆ ਨਹੀਂ, ਇਸ ਤੋਂ ਅੱਗੇ ਵੀ ਹੈ, ਜੋ ਮੈਂ ਸਮਝਿਆ ਇੰਨਾ ਹੀ ਕਾਫੀ ਨਹੀਂ, ਇਸ ਤੋਂ ਅੱਗੇ ਵੀ ਬਹੁਤ ਕੁਝ ਹੈ, ਮੇਰੀ ਸਮਝ ਪੂਰਨ ਸਮਝ ਨਹੀਂ, ਜੋ ਮੈਂ ਸਮਝਿਆ ਹੈ ਇੰਨਾ ਹੀ ਕਾਫੀ ਨਹੀਂ, ਬਹੁਤ ਕੁਝ ਹੈ।
ਜਿੰਨਾ ਜਿੰਨਾ ਆਦਮੀ ਨੂੰ ਗਿਆਨ ਹੁੰਦਾ ਜਾਂਦਾ ਹੈ, ਓਨਾ ਹੀ ਅਗਿਆਨ ਵੀ ਗਹਿਰਾ ਹੁੰਦਾ ਹੈ, ਭਾਵ ਕਿ ਖਿਆਲ ਵਿੱਚ ਆਉਂਦਾ ਹੈ। ਜਦੋਂ ਪੂਰਨ ਗਿਆਨ ਕਹਿੰਦੇ ਹੋ ਜਾਂਦਾ ਹੈ, ਉਦੋਂ ਨਾਲ ਪੂਰਨ ਅਗਿਆਨ ਵੀ ਖੜਾ ਹੁੰਦਾ ਹੈ ਵੀ ਕੁਝ ਵੀ ਨਹੀਂ ਜਾਣਦਾ ਮੈਂ। ਜਿੰਨਾ ਜ਼ਿਆਦਾ ਜਾਣਦਾ ਹੈ, ਜਿੰਨਾ ਘੱਟ ਜਾਣਨ ਵਾਲਾ ਹੈ, ਉਹ ਸਮਝ ਲੈਂਦਾ ਮੈਂ ਜਾਣ ਲਿਆ, ਮੈਨੂੰ ਲੱਗ ਗਿਆ ਪਤਾ, ਮੈਨੂੰ ਲੱਗ ਗਈ ਸਮਝ, ਇਹਨਾਂ ਨੂੰ ਕੀ ਪਤਾ, ਤੇ ਉਪਰੀਆਂ ਗੱਲਾਂ ਮਾਰ। ਨਹੀਂ, ਆਪਾਂ ਜੇ ਵਾਸਤਵਿਕ ਦੇ ਵਿੱਚ ਪ੍ਰਭੂ ਮਾਰਗ ਤੇ ਚੱਲ ਰਹੇ ਹਾਂ, ਕਦੇ ਵੀ ਇਹ ਅਹੰਕਾਰ ਨਾ ਕਰੀਏ ਕਿ ਮੈਂ ਜਾਣ ਲਿਆ ਹੈ, ਮੈਨੂੰ ਸਮਝ ਲੱਗ ਗਈ, ਪਤਾ ਲੱਗ ਗਿਆ, ਮੈਂ ਸਮਝ ਲਿਆ। ਜਦੋਂ ਕਹਿ ਲਿਆ ਵੀ ਮੈਂ ਸਮਝ ਲਿਆ ਹੈ, ਮੈਨੂੰ ਪਤਾ ਲੱਗ ਗਿਆ, ਬਸ ਉੱਥੇ ਹੀ ਆਪਾਂ ਰੁਕ ਜਾਂਦੇ ਹਾਂ, ਉਸ ਤੋਂ ਅੱਗੇ ਗਤੀ ਨਹੀਂ ਹੁੰਦੀ। ਇਹੋ ਜੋ ਸ਼ਬਦ ਹਨ, ਪਰ ਭਗਤਾਂ ਕੇ ਕਾਰਜ ਸਾਰੇ ਪਰਮਾਤਮਾ ਕਰਦਾ ਹੈ, ਸੰਤਾਂ ਦੇ ਕਾਰਜ ਸਾਰਾ ਹੀ ਪਰਮਾਤਮਾ ਕਰ ਰਿਹਾ ਹੈ। ਇਹ ਪਰਮਾਤਮਾ ਹੀ ਕਰਦਾ ਹੈ, ऐसा नहीं है। ਕਾਰਜ ਪਰਮਾਤਮਾ ਹੀ ਕਰ ਰਿਹਾ ਹੈ। ਇਹ ਉਦੋਂ ਸਮਝ ਵਿੱਚ ਆਉਂਦੀ ਹੈ ਗੱਲ, ਜਦੋਂ ਮੈਂ ਨਹੀਂ ਰਹਿੰਦੀ। ਕਿਹਾ ਤੇ ਹੋ ਜਾਂਦਾ ਸੰਤਾਂ ਦੇ ਕਾਰਜ ਪਰਮਾਤਮਾ ਕਰਦਾ ਹੈ, ਪਰ ਹੁੰਦਾ ਇਉਂ ਹੈ ਕਿ ਸੰਤ ਹੁੰਦੇ ਨਹੀਂ ਤੇ ਪਰਮਾਤਮਾ ਹੀ ਕਰਦਾ ਹੈ। ਜਦੋਂ ਨਹੀਂ ਹੁੰਦਾ ਉਦੋਂ ਇਉਂ ਪ੍ਰਤੀਤ ਹੁੰਦਾ ਵੀ ਪਰਮਾਤਮਾ ਹੀ ਕਰ ਰਿਹਾ ਹੈ, ਕਿਸੇ ਰੂਪ ਦੇ ਵਿੱਚ ਆ ਕੇ ਕਰਦਾ। ਪਰਮਾਤਮਾ ਕਿਸੇ ਦਾ ਉਪਯੋਗ ਕਰਦਾ ਹੈ, ਕਿਸੇ ਦੇ ਹੱਥਾਂ ਦਾ ਉਪਯੋਗ ਕਰਦਾ ਹੈ, ਕਿਸੇ ਦੇ ਸਰੀਰ ਦਾ ਉਪਯੋਗ ਕਰਦਾ ਹੈ, ਕਿਸੇ ਦੇ ਪੈਰਾਂ ਦਾ ਉਪਯੋਗ ਕਰਦਾ ਹੈ, ਕਿਸੇ ਦੇ ਧਨ ਦਾ ਉਪਯੋਗ ਕਰਦਾ ਹੈ। ਪਰਮਾਤਮਾ ਆਪ ਖੁਦ ਥੋੜ੍ਹੀ ਆਉਂਦਾ, ਪਰ ਜਿਹੜਾ ਜਾਣਦਾ ਹੈ ਨਾ ਮੈਂ ਨਹੀਂ ਹਾਂ, ਪਰਮਾਤਮਾ ਹੀ ਹੈ, ਤਾਂ ਉਹ ਆਪ ਵੀ ਕਰ ਰਿਹਾ ਹੋ ਤੇ ਇਹਨੂੰ ਉਹ ਪ੍ਰਤੀਤ ਹੁੰਦਾ ਵੀ ਪਰਮਾਤਮਾ ਹੀ ਕਰ ਰਿਹਾ ਹੈ। ਐਸਾ ਨਹੀਂ ਹੈ ਜਿਵੇਂ ਆਪਾਂ ਦੁਨਿਆਵੀ ਨੌਕਰ ਤੇ ਮਾਲਕ ਦਾ ਰਿਸ਼ਤਾ ਦੇਖਦੇ ਹਾਂ ਕਿ ਮਾਲਕ ਬੈਠਾ ਹੋਇਆ ਤੇ ਨੌਕਰ ਕੋ ਕੰਮ ਕਰਵਾ ਰਿਹਾ ਹੈ, ਵੀ ਪਰਮਾਤਮਾ ਨੌਕਰ ਬਣ ਗਿਆ ਧੰਨੇ ਭਗਤ ਦਾ, ਤੇ ਧੰਨਾ ਭਗਤ ਬੈਠਾ ਹੋਇਆ ਹੈ ਗਾੜੀ ਤੇ ਬਲਦ ਹਿੱਕਦਾ ਹੈ, ਤੇ ਪਰਮਾਤਮਾ ਨੂੰ ਕਹਿੰਦਾ ਤੂੰ ਨੱਕੇ ਮੋੜ। ਪਰਮਾਤਮਾ ਉਹਦੇ ਨੱਕੇ ਮੋੜਦਾ, ਖੇਤਾਂ 'ਚ ਪਾਣੀ ਲਾਉਂਦਾ। ਐਸਾ ਨਹੀਂ ਹੈ। ਇਹ ਸਿਰਫ ਜਦੋਂ ਕਿਸੇ ਕਹਾਣੀ ਨੂੰ ਲਿਖਣਾ ਹੁੰਦਾ ਹੈ ਤੇ ਇਸ ਢੰਗ ਦੇ ਨਾਲ ਲਿਖਿਆ ਜਾਂਦਾ, ਕਾਵਿ ਰਚਨਾ। ਜਦੋਂ ਧੰਨਾ ਭਗਤ ਮਿਟ ਜਾਂਦਾ ਹੈ ਨਾ, ਉਦੋਂ ਜੋ ਕੁਛ ਵੀ ਉਹਨੂੰ ਦਿਖਾਈ ਦਿੰਦਾ ਹੈ ਉਹ ਪਰਮਾਤਮਾ ਹੀ ਹੈ, ਤੇ ਪਰਮਾਤਮਾ ਹੀ ਕਰ ਰਿਹਾ ਹੈ। ਐਸਾ ਨਹੀਂ ਹੈ ਕਿ ਸਾਡੇ ਕੰਮ ਪਰਮਾਤਮਾ ਕਰਦਾ ਹੈ, ਕਿ ਮੇਰੇ ਕੰਮ ਪਰਮਾਤਮਾ ਕਰੇਗਾ। ਜਦੋਂ ਮੇਰੇ ਕੰਮ ਪਰਮਾਤਮਾ ਕਰਦਾ, ਮੈਂ ਤੇ ਖੜਾ ਹੀ ਹਾਂ ਨਾ। ਮੇਰੇ ਕੰਮ, ਮੈਂ ਸਾਧਕ ਹਾਂ, ਮੇਰੇ ਕੰਮ ਕਿਉਂ ਨਹੀਂ ਪਰਮਾਤਮਾ ਕਰਦਾ? ਮੈਂ ਜਦੋਂ ਮੈਂ ਮਿਟ ਜਾਂਦੀ ਹੈ ਉਦੋਂ ਦਿਖਾਈ ਦਿੰਦਾ ਹੈ
ਵੀ ਆ ਜਿਹੜਾ ਸਰੀਰ ਹੈ ਜਿਹਨੂੰ ਮੈਂ ਕਹਿ ਰਿਹਾ ਹਾਂ, ਇਹ ਸਰੀਰ 'ਚ ਵੀ ਪ੍ਰਮਾਤਮਾ ਹੀ ਬੈਠ ਕੇ ਕਰ ਰਿਹਾ ਹੈ ਕੁਝ, ਤੇ ਦੂਸਰੇ ਸਰੀਰ ਦੇ ਵਿੱਚ ਵੀ ਬੈਠ ਕੇ ਪ੍ਰਮਾਤਮਾ ਹੀ ਕੁਝ ਕਰ ਰਿਹਾ ਹੈ। ਫਿਰ ਦੂਸਰੇ ਸਰੀਰ ਦੇ ਵਿੱਚ ਬੈਠ ਕੇ ਜਾਂ ਇਸ ਸਰੀਰ ਦੇ ਵਿੱਚ ਬੈਠ ਕੇ ਇੱਕੋ ਹੀ ਕਰ ਰਿਹਾ ਹੈ, ਦੋ ਨਹੀਂ ਹਨ। ਕਰ ਉਹ ਹੀ ਰਿਹਾ ਹੈ। ਫਿਰ ਮੇਰਾ ਕੰਮ ਤੇ ਤੇਰਾ ਕੰਮ ਨਹੀਂ ਹੁੰਦਾ। ਜਦੋਂ ਪਰਮਾਤਮਾ ਹੀ ਕਰਦਾ ਹੈ ਨਾ, ਫਿਰ ਉੱਥੇ ਇਹ ਨਹੀਂ ਪਤਾ ਲੱਗਦਾ ਵੀ ਮੇਰਾ ਕੰਮ ਪਰਮਾਤਮਾ ਕਰ ਰਿਹਾ ਹੈ ਤੇ ਤੇਰਾ ਕੰਮ ਨਹੀਂ ਕਰਦਾ ਹੈ। ਮੇਰ ਤੇਰ ਨਹੀਂ ਹੁੰਦੀ, ਸਾਰੇ ਕੰਮ ਹੀ ਪਰਮਾਤਮਾ ਕਰ ਰਿਹਾ ਹੈ। ਜਦੋਂ ਸਾਰੇ ਹੀ ਪਰਮਾਤਮਾ ਕਰ ਰਿਹਾ ਹੈ, ਜਦੋਂ ਮੈਂ ਵਿੱਚ ਰਹੀ ਨਹੀਂ, ਫਿਰ ਜਿਹੜਾ ਲਾਗਲੇ ਦਾ ਕੰਮ ਬਹੁਤ ਤਰੱਕੀ 'ਚ ਜਾ ਰਿਹਾ ਹੈ, ਉਹਦੇ ਨਾਲ ਈਰਖਾ ਵੀ ਨਹੀਂ ਹੋਊਗੀ ਵੀ ਉਹ ਹੀ ਪਰਮਾਤਮਾ ਕਰ ਰਿਹਾ। ਜਦੋਂ ਆਪਾਂ ਸਮਝਦੇ ਹਾਂ ਕਿ ਮੇਰਾ ਘਰ, ਮੇਰਾ ਪਰਿਵਾਰ, ਮੇਰੇ ਸਾਕ, ਮੇਰੇ ਸੰਬੰਧੀ, ਉੱਥੋਂ ਹੀ ਮੇਰਾ ਕੰਮ, ਮੇਰਾ ਧੰਦਾ, ਮੇਰਾ ਕਾਰੋਬਾਰ, ਉੱਥੋਂ ਹੀ ਆਪਾਂ ਪਰਮਾਤਮਾ ਤੋਂ ਜੁਦਾ ਹੋ ਗਏ। ਉੱਥੋਂ ਹੀ ਆਪਾਂ ਭਿੰਨ ਹੋ ਜਾਂਦੇ ਹਾਂ ਕਿ ਮੈਂ ਸਾਧਨਾ ਕਰਨ ਵਾਲਾ ਵੀ ਇਸੇ ਕਰਕੇ ਹੀ ਔਖਾ ਹੁੰਦਾ ਜਦੋਂ ਕਹਿੰਦਾ ਮੈਂ ਕਰਤਾ ਹਾਂ, ਮੈਂ ਕਰ ਰਿਹਾ ਹਾਂ, ਦੇਖੋ ਮੇਰੀ ਸਾਧਨ, ਮੇਰਾ ਜਪ ਤਪ, ਮੇਰੇ ਵਰਗਾ ਹੈ ਕੋਈ ਨਹੀਂ ਸਾਧਨਾ ਕਰਨ ਵਾਲਾ। ਮੈਂ ਤੇ ਬਹੁਤ ਸਾਧਨਾ ਕਰਦਾ, ਤੇ ਦੂਸਰੇ ਨੂੰ ਦੇਖ ਕੇ ਇੱਕਦਮ ਆਪਣੇ ਮਨ 'ਚ ਖਿਆਲ ਆ ਜਾਂਦਾ ਵੀ ਇਹਨੂੰ ਤੇ ਕੁਝ ਵੀ ਨਹੀਂ ਪਤਾ ਵਿਚਾਰੇ ਨੂੰ, ਮੈਂ ਤੇ ਬਹੁਤ ਕੁਝ ਜਾਣਦਾ, ਇਹ ਤੇ ਜੇ ਕੱਲ ਤੁਰਿਆ ਹੈ, ਮੈਨੂੰ ਤੇ ਬਹੁਤ ਗਿਆਨ। ਉਹ ਜਿਹੜੀ ਮੈਂ ਪਿੱਛੇ ਕੰਮ ਕਰ ਰਹੀ ਹੈ ਨਾ, ਉਹਦਾ ਕਰਕੇ ਹੀ ਆਪਾਂ ਪਰਮਾਤਮਾ ਤੋਂ ਦੂਰ ਹੋ ਜਾਂਦੇ। ਜਦੋਂ ਵੀ ਆਪਾਂ ਕਿਸੇ ਨਾਲ ਗੱਲਬਾਤ ਕਰਦੇ ਹਾਂ, ਉਦੋਂ ਖਿਆਲ ਰੱਖੋ ਇੱਕਦਮ ਹੀ ਆਪਾਂ ਨਤੀਜੇ ਲੈਣੇ ਸ਼ੁਰੂ ਕਰ ਦਿੰਦੇ, ਇਹ ਮੇਰੇ ਤੋਂ ਅੱਗੇ ਹੈ ਕਿ ਪਿੱਛੇ। ਕਈ ਵਾਰ ਹੈਰਾਨਗੀ ਹੋ ਜਾਂਦੀ ਹੈ। ਕਈ ਪ੍ਰੇਮੀ ਐਸੇ ਵੀ ਹਨ, ਆ ਜਾਂਦੇ ਕਹਿੰਦੇ ਅਸੀਂ ਪੂਰਨ ਸੰਤਾਂ ਨੂੰ ਖੋਜ ਰਹੇ ਹਾਂ। ਕਿਵੇਂ ਖੋਜੋਗੇ? ਪੂਰਨ ਮਹਾਪੁਰਸ਼ ਨੂੰ ਖੋਜ ਰਹੇ, ਲੱਭ ਰਹੇ ਵੀ ਹੈ ਕੋਈ। ਕਿਵੇਂ ਖੋਜੋਗੇ? ਕੀ ਪੈਮਾਨਾ, ਕੀ ਕਸੌਟੀ, ਕਿਵੇਂ ਪਰਖੋਗੇ? ਤੁਸੀਂ ਪਰਖੋਗੇ, ਤੁਹਾਡੀ ਪਰਖ ਕੀ ਪੂਰਨ ਹੈ। ਤੁਸੀਂ ਜੋ ਕੁਝ ਵੀ ਪਰਖੋਗੇ ਉਹ ਸਹੀ ਹੋ ਸਕਦਾ। ਜਿਹਨੂੰ ਆਪਣੇ ਆਪ ਦਾ ਹੀ ਨਹੀਂ ਪਤਾ ਹੈ ਕਿ ਮੈਂ ਕਿੱਥੇ ਹਾਂ, ਮੈਂ ਕੌਣ ਹਾਂ, ਉਹ ਦੂਸਰੇ ਦੀ ਪਰਖ ਕਰ ਵੀ ਕਿਵੇਂ ਸਕਦਾ। ਬਹੁਤ ਸਾਰੇ ਗੁਰਮੁਖ ਪਿਆਰੇ ਠੀਕ ਹੈ ਸਾਧਨਾ ਵਿੱਚ ਲੱਗੇ ਹੋਏ, ਇਹੋ ਹੀ ਖਿਆਲ ਕਰਨ ਲੱਗ ਜਾਂਦੇ ਹਨ ਕਿ ਕਿਹੜਾ ਜਗੀ ਆਸੂ ਕਿੱਥੇ ਕੁ ਪਹੁੰਚਿਆ ਹੋਇਆ, ਉਹਦੀ ਅਵਸਥਾ ਕੈਸੀ ਹੈ, ਉਹ ਅੱਗੇ ਹੈ ਕਿ ਮੇਰੇ ਤੋਂ ਪਿੱਛੇ ਹੈ, ਮੈਂ ਉਹ ਤੋਂ ਅੱਗੇ ਸਮਝਦੇ। ਵੈਸੇ ਤੇ ਆਪਾਂ ਸਾਰੇ ਇੱਕ ਦੂਸਰੇ ਪਿੱਛੇ ਤੇ ਕੋਈ ਵੀ ਨਹੀਂ ਹੋਣਾ ਚਾਹੁੰਦਾ, ਤੇ ਆਪਾਂ ਇੱਕਦਮ ਡਿਸੀਜ਼ਨ ਲੈਂਦੇ ਹਾਂ ਵੀ ਇਹ ਅੱਗੇ ਹੈ, ਮੈਂ ਅੱਗੇ, ਇਹ ਤੇ ਵਿਚਾਰਾ ਬਹੁਤ ਪਿੱਛੇ। ਇਹਦੀਆਂ ਗੱਲਾਂ ਬਾਤਾਂ ਤੋਂ ਪਤਾ ਲੱਗਦਾ ਆਪਣੀ ਹਰ ਵਕਤ ਹੀ ਮੈਂ ਖੜੀ ਹੈ। ਭਾਵ
ਆਓ ਭਗਤ ਕਰ ਨੀਚ ਸਦਾਏ, ਤਾਉ ਨਾਨਕ ਮੋਖ ਅੰਤਰ ਪਾਏ। ਇਹ ਜਿਹੜਾ ਨੀਚ ਸਦਾਉਣਾ ਹੈ ਨਾ, ਇਹ ਬਹੁਤ ਔਖਾ ਹੈ, ਬਹੁਤ ਔਖਾ ਹੈ। ਜਿਵੇਂ ਹਜ਼ਰਤ ਈਸਾ ਕਹਿੰਦੇ ਹਨ, ਜਿਹੜੇ ਸੰਸਾਰ ਤੋਂ ਸਾਰਿਆਂ ਤੋਂ ਪਿੱਛੇ ਹਨ, ਮੇਰੇ ਰਾਜ ਦੇ ਵਿੱਚ ਉਹ ਹੀ ਪ੍ਰਵੇਸ਼ ਕਰਨ। ਇਹ ਸਾਰਿਆਂ ਤੋਂ ਪਿੱਛੇ ਹੋਣਾ ਬੜਾ ਔਖਾ ਹੈ। ਸੰਸਾਰ ਤੇ ਆਪਾਂ ਹੋਣਾ ਨਹੀਂ ਚਾਹੁੰਦੇ। ਹਰ ਇੱਕ ਆਦਮੀ ਚਾਹੁੰਦਾ ਹੈ ਵੀ ਮੈਂ ਸੰਸਾਰ ਦੇ ਵਿੱਚ ਸਾਰਿਆਂ ਨੂੰ ਅੱਗੇ ਹੋਵਾਂ, ਤਰੱਕੀ ਕਰਾਂ, ਵਿਕਾਸ ਹੋਵੇ, ਧਨ ਹੋਵੇ, ਜਾਇਦਾਦ ਹੋਵੇ। ਪਰ ਧਾਰਮਿਕ ਮਾਰਗ ਤੇ ਵੀ ਆਪਾਂ ਚਾਹੁੰਦੇ ਹਾਂ ਵੀ ਮੈਂ ਕਿਸੇ ਤੋਂ ਪਿੱਛੇ ਨਾ ਹੋਵਾਂ, ਅੱਗੇ ਜਾਵਾਂ, ਸਾਰੇ ਮੇਰੇ ਤੋਂ ਪਿੱਛੇ ਹੋਣ। ਤੇ ਆਪਾਂ ਕੋਸ਼ਿਸ਼ ਕਰਦੇ ਦੂਸਰੇ ਨੂੰ ਪਿੱਛੇ ਕਰਨ। ਜੇ ਨਾ ਵੀ ਹੋਵੇ ਮਨ ਕਰਕੇ ਤੇ ਆਪਾਂ ਕਰਦੇ ਹੀ ਹਾਂ, ਸੋਚਦੇ ਹੀ ਹਾਂ ਇਹ ਕੁਛ ਨਹੀਂ ਹੈ ਤੇ ਪਿੱਛੇ ਹੀ ਮੈਂ ਦੇਖੋ ਅੱਗੇ। ਤੇ ਜਦੋਂ ਆਪਾਂ ਦੂਸਰੇ ਦੇ ਪੱਖ ਦੇ ਵਿੱਚ ਕੋਈ ਨਿਰਣਾ ਲੈਂਦੇ ਹਾਂ ਤੇ ਆਪਣੇ ਨਿਰਣੇ ਅਕਸਰ ਜ਼ਿਆਦਾਤਰ ਹੀ ਗਲਤ ਹੁੰਦੇ ਆ। ਆਪਾਂ ਕਿਸੇ ਦੇ ਪੱਖ ਦੇ ਵਿੱਚ ਕੋਈ ਨਿਰਣਾ ਨਾ ਲਈਏ। ਕੋਈ ਸੰਤ ਹੈ ਜਾਂ ਅਸੰਤ ਹੈ, ਕੋਈ ਚੰਗਾ ਹੈ ਜਾਂ ਮਾੜਾ ਹੈ। ਜਿਵੇਂ ਹਜ਼ਰਤ ਈਸਾ ਕਹਿੰਦੇ ਹਨ, ਜੱਜ ਈ ਨਾਟ, ਤੁਸੀਂ ਜੱਜ ਨਾ ਬਣੋ, ਨਿਆਇਆਧੀਸ਼ ਨਾ ਬਣੋ, ਕਿਸੇ ਦਾ ਨਿਰਣਾ ਨਾ ਕਰੋ। ਕੌਣ ਚੰਗਾ ਹੈ, ਕੌਣ ਮਾੜਾ ਹੈ, ਆਪਾਂ ਆਪਣਾ ਹੀ ਨਿਰਣਾ ਕਰੀਏ ਵੀ ਆਪਾਂ ਕਿੱਥੇ ਖੜੇ, ਕਿਸੇ ਦੇ ਪੱਖ ਵਿੱਚ ਨਹੀਂ। ਇਵੇਂ ਹੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਹੈ ਵੀ ਪਾਪੀ ਪੁੰਨੀ ਆਖਣ ਨਾਹੀਂ। ਵੀ ਪਾਪੀ ਤੇ ਪੁੰਨੀ ਕੌਣ ਹੈ, ਇਹ ਕਹਿਣ ਦੀਆਂ ਗੱਲਾਂ ਨਹੀਂ ਹਨ। ਸਿਰਫ ਕਿਸੇ ਨੂੰ ਪਾਪੀ ਕਹਿ ਦਿੱਤਾ ਤੋ ਪਾਪੀ ਹੈ, ਕਿਸੇ ਨੂੰ ਪੁੰਨੀ ਕਹਿ ਦਿੱਤਾ ਵੀ ਉਹ ਪੁੰਨੀ ਹੈ, ਐਸਾ ਕਹਿਣ ਦੀਆਂ ਗੱਲਾਂ ਨਹੀਂ ਹਨ। ਬਹੁਤ ਕਠਿਨ ਹੈ ਇਹ ਨਿਰਣਾ ਕਰਨਾ ਕਿ ਕੌਣ ਪਾਪੀ ਹੈ, ਕੌਣ ਪੁੰਨੀ। ਕੋਈ ਦਿਖਾਈ ਦੇ ਸਕਦਾ ਹੈ ਆਪਾਂ ਨੂੰ ਪਾਪੀ, ਹੋ ਸਕਦਾ ਹੈ ਪੁੰਨੀ ਹੋਵੇ। ਕੋਈ ਦਿਖਾਈ ਦੇ ਸਕਦਾ ਹੈ ਆਪਾਂ ਨੂੰ ਪੁੰਨੀ, ਹੋ ਸਕਦਾ ਹੈ ਪਾਪੀ ਹੋਵੇ, ਪੱਕਾ ਨਹੀਂ ਹੈ। ਹਰ ਵਕਤ ਜੇ ਆਪਾਂ ਨੂੰ ਨਿਰਣੇ ਤੋਂ ਬਚਣਾ ਚਾਹੀਦਾ। ਅਗਰ ਆਪਾਂ ਸਾਧਨਾ ਦੇ ਮਾਰਗ ਤੇ ਚੱਲ ਰਹੇ ਹਾਂ ਤਾਂ ਕਿਸੇ ਦੇ ਉੱਪਰ ਕੋਈ ਵੀ ਨਿਰਣਾ ਨਾ ਕਰੀਏ ਵੀ ਉਹ ਅੱਗੇ ਹੈ ਕਿ ਪਿੱਛੇ ਹੈ, ਉਹ ਸਾਧੂ ਹੈ ਕਿ ਅਸਾਧੂ ਹੈ, ਉਹ ਗਿਆਨਵਾਨ ਹੈ ਕਿ ਅਗਿਆਨੀ, ਉਹ ਚੰਗਾ ਹੈ ਕਿ ਮਾੜਾ ਹੈ, ਉਹ ਪਾਪੀ ਹੈ ਜਾਂ ਪੁੰਨੀ। ਆਪਾਂ ਨੂੰ ਜਿੱਥੇ ਸ਼ਰਧਾ ਹੈ ਆਪਾਂ ਉੱਥੇ ਆਪਣੀ ਸ਼ਰਧਾ ਰੱਖੀ, ਬਸ ਨਿਰਣਾ ਸਦਾ ਆਪਣੇ ਤੇ ਰੱਖੀ। ਜਦੋਂ ਆਪਾਂ ਕਿਸੇ ਦਾ ਨਿਰਣਾ ਲੈਂਦੇ ਹਨ ਵੀ ਇਹ ਠੀਕ ਨਹੀਂ ਹੈ, ਉਹਦੇ ਵਿੱਚ ਅਹੰ ਭਾਵ ਜਿਹੜਾ ਖੜਾ ਹੈ, ਕਈ ਵਾਰ ਹੋਰ ਵੀ ਜ਼ਿਆਦਾ ਹੋ ਜਾਂਦਾ, ਹੋਰ ਵੀ ਪ੍ਰਜਵਲਿਤ ਹੋ ਜਾਂਦਾ, ਹੋਰ ਵੀ ਲਪਟ ਲੱਗ ਜਾਂਦੀ, ਤੇਜ਼ ਹੋ ਜਾਂਦੀ। ਤੇ ਆਪਾਂ ਅਹੰਕਾਰ ਦੀ ਹੀ ਪੂਰਤੀ ਕਈ ਵਾਰ ਕਰਨ ਲੱਗ ਜਾਂਦੇ ਇਸ ਵਿਸ਼ੇ ਤੇ ਵੀ। ਸਾਧਕਾਂ ਵਿੱਚ ਬੈਠ ਕੇ ਬਹੁਤ ਵਾਰ ਵਿਚਾਰਾਂ ਚੱਲਦੀਆਂ ਹਨ ਤੇ ਇੱਕ ਦੂਸਰੇ ਦੇ ਸਾਧਕ ਦੀਆਂ ਚੁਗਲੀਆਂ, ਨਿੰਦਿਆ, ਉਹ ਅੱਗੇ ਹੈ, ਉਹ ਪਿੱਛੇ ਹੈ, ਉਹਨੂੰ ਪਤਾ ਨਹੀਂ ਹੈ, ਮੈਨੂੰ ਬਹੁਤ ਜ਼ਿਆਦਾ ਪਤਾ, ਉਹਦੀ ਖੋਜ ਅਧੂਰੀ ਹੈ, ਉਹਦੀ ਸਾਧਨਾ ਅਧੂਰੀ ਹੈ, ਉਹਨੂੰ ਸਾਧਨਾ ਕਰਨ ਦਾ ਨਹੀਂ ਪਤਾ, ਉਹਨੂੰ ਗਿਆਨ ਨਹੀਂ ਹੈ। ਆਪਾਂ ਸਦਾ ਹੀ ਦੂਸਰੇ ਤੇ ਦ੍ਰਿਸ਼ਟੀ ਰੱਖ ਕੇ ਤੇ ਊਣਤਾਈਆਂ ਕੱਢਦੇ ਹਾਂ
ਉਹੋ ਹੀ ਗੱਲ ਹੈ ਜਿਵੇਂ ਦੁਨੀਆ ਦੇ ਵਿੱਚ, ਸੰਸਾਰ ਦੇ ਵਿੱਚ ਇੱਕ ਦੂਸਰੇ ਦੀ ਲੋਕ ਨਿੰਦਾ ਕਰਦੇ, ਕਿਉਂਕਿ ਜਿਹੜੇ ਮਹਿਕਮੇ ਦਾ ਹੋਵੇ ਨਾ, ਉਸ ਮਹਿਕਮੇ ਵਾਲੇ ਦੇ ਨਾਲ ਹੀ ਈਰਖਾ ਜ਼ਿਆਦਾ ਹੁੰਦੀ, ਉਹਦੀ ਉਹ ਨਿੰਦਾ ਕਰਦੇ। ਤੇ ਨਿੰਦਾ ਦੇ ਵਿੱਚ ਰਸ ਇਹ ਹੁੰਦਾ ਹੈ ਵੀ ਉਹ ਮਾੜਾ ਤੇ ਮੈਂ ਚੰਗਾ। ਹਰ ਮਹਿਕਮੇ 'ਚ, ਕੋਈ ਵੀ ਮਹਿਕਮਾ ਹੋਵੇ, ਬੈਂਕ ਦਾ ਹੋਵੇ ਮਹਿਕਮਾ, ਜਾਂ ਟੀਚਰ ਦਾ ਹੋਵੇ, ਜਾਂ ਹੋਰ ਕੋਈ ਬਹੁਤ ਸਾਰੇ ਮਹਿਕਮੇ ਹਨ, ਉਹਨਾਂ ਦੇ ਵਿੱਚ ਇੱਕ ਦੂਸਰੇ, ਜਾਂ ਖੇਤੀਬਾੜੀ ਦਾ ਮਹਿਕਮਾ ਹੀ, ਈਰਖਾ ਸਾਧੂਆਂ ਦੇ ਵਿੱਚ ਵੀ ਹੁੰਦੀ। ਸਾਧੂ ਵੀ ਇੱਕ ਦੂਸਰੇ ਨੂੰ ਨੀਵਾਂ ਜਨਾਉਣ ਦੀ ਕੋਸ਼ਿਸ਼ ਕਰਦੇ ਵੀ ਉਹ ਦੇਖੋ, ਉਹਨੂੰ ਤੇ ਕੁਝ ਵੀ ਨਹੀਂ ਪਤਾ ਹੈ, ਮੈਨੂੰ ਤੇ ਬਹੁਤ ਜ਼ਿਆਦਾ ਪਤਾ, ਉਹ ਤੇ ਮਾਇਆ ਦੇ ਵਿੱਚ ਉਲਝਿਆ ਹੋਇਆ, ਮੈਂ ਤੇ ਬਿਲਕੁਲ ਨਿਰਲੇਪ ਹਾਂ। ਕਿਸੇ ਨਾ ਕਿਸੇ ਢੰਗ ਦੇ ਨਾਲ ਆਪਾਂ ਆਪਣੇ ਆਪ ਨੂੰ ਸ੍ਰੇਸ਼ਟ ਦਿਖਾਉਂਦੇ। ਸ੍ਰੇਸ਼ਟ ਦਿਖਾਉਣਾ ਹੀ ਨਿੰਦਾ ਹੈ। ਨਿੰਦਾ ਦਾ ਅਰਥ ਇਹ ਨਹੀਂ ਹੈ, ਕਈ ਪ੍ਰੇਮੀ ਕਹਿ ਦਿੰਦੇ ਹਨ ਵੀ ਚੋਰ ਨੂੰ ਚੋਰ ਕਹਿ ਲੈਣਾ ਨਿੰਦਾ ਤੇ ਨਹੀਂ ਹੈ। ਉਹ ਤਾਂ ਸਹੀ ਹੈ ਨਾ, ਉਹ ਕੋਈ ਚੁਗਲੀ ਤਾਂ ਨਾ ਹੋਏ। ਚੋਰ ਨੂੰ ਚੋਰ ਆਪਾਂ ਕਹਿ ਕਿਉਂ ਰਹੇ ਹਾਂ? ਇਹਦੇ ਪਿੱਛੇ ਆਪਣੀ ਭਾਵਨਾ ਕੀ ਹੈ? ਅਗਰ ਤੇ ਆਪਣੀ ਭਾਵਨਾ ਹੈ ਕਿ ਮੈਂ ਚੋਰ ਨਹੀਂ ਹਾਂ, ਮੈਂ ਸ੍ਰੇਸ਼ਟ ਹਾਂ, ਫਿਰ ਉਹ ਨਿੰਦਾ ਹੈ। ਅਗਰ ਕੋਈ ਵੀ ਭਾਵਨਾ ਨਹੀਂ ਹੈ, ਸਹਿਜ ਸੁਭਾਈ ਆਪਾਂ ਕੋਈ ਗੱਲ ਕੀਤੀ, ਫਿਰ ਉਹ ਨਿੰਦਾ ਨਹੀਂ। ਪਰ ਆਪਾਂ ਸਹਿਜ ਸੁਭਾਈ ਵੀ ਕਿਉਂ ਕਰਾਂਗੇ? ਕੋਈ ਹੈ ਚੋਰ ਤੇ ਰਵੇ ਚੋਰ, ਮੈਨੂੰ ਕੀ ਲੈਣਾ? ਤੇ ਕੋਈ ਗਲਤ ਹੈ ਤੇ ਰਵੇ ਗਲਤ। ਨਹੀਂ, ਆਪਾਂ ਕਰਦੇ ਹੀ ਉਦੋਂ ਹਾਂ ਨਿੰਦਾ ਜਦੋਂ ਆਪਾਂ ਨੂੰ ਰਸ ਆਉਂਦਾ ਵੀ ਮੈਂ ਦੇਖੋ ਸ੍ਰੇਸ਼ਟ, ਉਹ ਮਾੜਾ। ਆਪਣੇ ਆਪ ਨੂੰ ਸ੍ਰੇਸ਼ਟ ਦਿਖਾਉਣਾ ਹੀ ਨਿੰਦਾ ਹੈ। ਅੰਦਰ ਖਿਆਲ ਸ੍ਰੇਸ਼ਟਤਾ ਦਾ, ਉੱਥੇ ਅਹੰਕਾਰ ਦੀ ਤ੍ਰਿਪਤੀ ਹੁੰਦੀ ਕਿ ਮੇਰੇ ਵਰਗਾ ਕੋਈ ਨਹੀਂ। ਦੇਖੋ, ਆਪਣੀ ਅਕਸਰ ਭਾਸ਼ਾ ਅਹੰ ਭਾਵ ਵਾਲੀ ਹੀ ਹੁੰਦੀ ਹੈ। ਅਕਸਰ ਆਪਾਂ ਜਦੋਂ ਕੋਈ ਵਿਚਾਰ ਕਰਦੇ ਹਾਂ, ਬਹੁਤ ਗੌਰ ਦੇ ਨਾਲ ਦੇਖਾਂਗੇ ਤੇ ਆਪਾਂ ਨੂੰ ਪਤਾ ਲੱਗੂਗਾ ਕਿ ਮੈਂ ਜੋ ਕੁਝ ਕਹਿ ਰਿਹਾ ਹਾਂ, ਇਹ ਅਹੰ ਭਾਵ ਦੁਆਰਾ ਹੀ ਕਹਿ ਰਿਹਾ। ਕਈ ਪ੍ਰੇਮੀ ਕਹਿਣਗੇ ਵੀ ਅਸੀਂ ਚਾਰ ਭੈਣਾਂ ਬੈਠ ਕੇ ਸਤਸੰਗ ਕਰਦੇ। ਕੋਈ ਸਤਸੰਗ ਦੀ ਗੱਲ ਤੇ ਘੱਟ ਹੁੰਦੀ, ਨਿੰਦਾ ਚੁਗਲੀ ਜ਼ਿਆਦਾ ਹੁੰਦੀ। ਕਿਉਂਕਿ ਸਤਸੰਗ ਤੇ ਆਪਾਂ 2-4 ਮਿੰਟ ਹੀ ਕਰਾਂਗੇ, ਫਿਰ ਨਿੰਦਾ। ਸਾਧਕ ਹੈ ਤੇ ਸਾਧਕਾਂ ਦੀ, ਜੇ ਦੁਨੀਆ ਵੀ ਕੋਈ ਕਾਰੋਬਾਰ ਵਾਲਾ ਹੈ ਤੇ ਉਹਨਾਂ, ਤੇ ਆਪਾਂ ਉਹਨਾਂ ਦੇ ਵਿੱਚ ਪ੍ਰਵਿਰਤ ਹੋ ਜਾਂਦੇ ਤੇ ਆਪਾਂ ਅਹੰਕਾਰ ਦੀ ਪੂਰਤੀ ਹੀ ਕਰਦੇ ਹਾਂ। ਤੇ ਕਿਸੇ ਦਾ ਨਿਰਣਾ ਆਪਾਂ ਕਿਵੇਂ ਲੈ ਸਕਦੇ? ਨਿਰਣਾ ਨਹੀਂ ਲੈਣਾ, ਨਾ ਹੀ ਨਿੰਦਿਆ ਕਰਨੀ। ਕੋਈ ਚੰਗਾ ਹੈ ਤੋ ਆਪਣੇ ਕਰਕੇ ਚੰਗਾ, ਕੋਈ ਮਾੜਾ ਹੈ ਤੇ ਆਪਣੇ ਕਰਕੇ ਮਾੜਾ। ਇੰਨਾ ਜ਼ਰੂਰ ਹੈ ਵੀ ਅਗਰ ਕਿਸੇ ਦਾ ਆਚਰਣ ਮਾੜਾ ਹੈ ਤੇ ਆਪਾਂ ਨੂੰ ਠੀਕ ਨਹੀਂ ਲੱਗਦਾ, ਰੁਚਦਾ ਨਹੀਂ, ਆਪਾਂ ਉਹਦੀ ਸੰਗਤ ਨਹੀਂ ਕਰਦੇ ਹਾਂ, ਪਿੱਛੇ ਹਟ ਜਾਵਾਂਗੇ ਵੀ ਮੇਰੇ ਵਾਸਤੇ ਠੀਕ ਨਹੀਂ, ਮੈਨੂੰ ਇਹਦੀ ਸੰਗਤ ਠੀਕ ਨਹੀਂ। ਬਸ ਇੰਨਾ। ਜੇ ਕੋਈ ਚੰਗਾ ਹੈ, ਸ੍ਰੇਸ਼ਟ ਹੈ, ਤੇ ਉਹਦੀ ਆਪਾਂ ਸੰਗਤ ਕਰਦੇ ਵੀ ਮੇਰਾ ਸਹਿਯੋਗੀ ਹੋ ਸਕਦਾ, ਮੇਰੇ ਨਾਲ ਚੱਲ ਸਕਦਾ, ਯਾਤਰਾ 'ਚ ਮੇਰਾ ਸਾਥ ਦੇ ਸਕਦਾ। ਉੱਦਾਂ ਆਪਾਂ ਨਿਰਣਾ ਕਿਸੇ ਦਾ ਵੀ ਨਾ ਲਈ।
ਤੇ ਨਾ ਹੀ ਐਸਾ ਕਦੀ ਬਹੁਤਾ ਖਿਆਲ ਕਰਿਆ ਕਰੀਏ ਕਿ ਕੌਣ ਅੱਗੇ ਹੈ ਕੌਣ ਪਿੱਛੇ, ਕਿਉਂਕਿ ਇਹ ਅਦਭੁਤ ਸੰਸਾਰ ਹੈ, ਬਹੁਤ ਔਖਾ, ਬਹੁਤ ਕਠਿਨ ਹੈ। ਅਗਰ ਗੌਰ ਦੇ ਨਾਲ ਦੇਖਾਂਗੇ ਨਾ, ਜਿਹੜੇ ਆਪਾਂ ਨੂੰ ਬਿਲਕੁਲ ਜ਼ੀਰੋ ਲੱਗਦੇ ਹਨ, ਕਈ ਵਾਰ ਉਹ ਵੀ ਪਹੁੰਚੇ ਹੋਏ ਹੁੰਦੇ ਹਨ। ਬਾਹਰੋਂ ਨਹੀਂ ਆਪਾਂ ਨੂੰ ਪਤਾ ਲੱਗਦਾ, ਬਾਹਰੋਂ ਆਪਾਂ ਨੂੰ ਲੱਗੂ ਇਹਦੇ ਕੁਝ ਵੀ ਨਹੀਂ ਹੈ, ਨਾ ਇਹਦੇ ਕੋਈ ਬੁੱਧੀ, ਨਾ ਜੇ ਕੋਈ ਸਮਝ, ਨਾ ਜੇ ਕੋਈ ਗਿਆਨ, ਇਹਨੂੰ ਵਿਚਾਰੇ ਨਾ ਕਦੀ ਸਾਧਨਾ ਕੀਤੀ, ਇਹਨੂੰ ਪਤਾ ਹੀ ਕੁਝ ਨਹੀਂ। ਬਾਹਰ ਅੰਦਰੋਂ ਹੋ ਸਕਦਾ ਜੁੜਿਆ ਹੋਵੇ, ਐਸਾ ਬਹੁਤ ਵਾਰ ਹੋ ਜਾਂਦਾ, ਬਹੁਤ ਵਾਰ ਐਸਾ ਬਾਹਰ ਹੋ ਸਕਦਾ ਪੂਰਨ ਅਗਿਆਨੀ ਲੱਗੇ ਆਪਾਂ, ਪਰ ਅੰਦਰੋਂ ਪੂਰਨ ਗਿਆਨੀ ਹੋਵੇ। ਸੰਸਾਰ ਦੇ ਵਿੱਚ ਉਪਲਬਧੀ ਹੋਰ ਗੱਲ ਹੈ, ਧਾਰਮਿਕ ਜਗਤ ਦੇ ਵਿੱਚ ਉਪਲਬਧੀ ਹੋਰ ਹੈ। ਸੰਸਾਰ ਦੇ ਵਿੱਚ ਤੇ ਬੁੱਧੂ ਤੋਂ ਬੁੱਧੂ ਵੀ ਪੂਜਿਆ ਜਾ ਸਕਦਾ ਹੈ, ਕੋਈ ਔਖੀ ਗੱਲ ਨਹੀਂ। ਲੱਖਾਂ ਹੀ ਲੋਕ ਪਿੱਛੇ ਲੱਗ ਸਕਦੇ ਹਨ ਤੇ ਆਪਾਂ ਵੀ ਭਰਮਿਤ ਹੋ ਸਕਦੇ ਹਾਂ ਕਿ ਇਹ ਵਾਕਿਆ 'ਚ ਪਹੁੰਚਿਆ ਹੋਇਆ ਹੈ, ਜਿਹਦੇ ਪਿੱਛੇ ਕਿੰਨੇ ਲੋਕ ਹਨ, ਕਿੰਨੀ ਦੁਨੀਆ। ਇਹ ਅਕਸਰ ਹੋ ਜਾਂਦਾ ਹੈ। ਸੰਸਾਰ ਦੇ ਵਿੱਚ ਪ੍ਰਭੁਤਾ ਖੱਟਣੀ, ਮਾਣ ਵਡਿਆਈ ਖੱਟਣੀ, ਜ਼ਰੂਰੀ ਨਹੀਂ ਹੈ ਕਿ ਗਿਆਨਵਾਨ ਹੀ ਕੱਟ ਸਕਦਾ। ਕਿ ਭਗਤਾਂ ਦੀ 4 ਕੁੰਟਾਂ ਦੇ ਵਿੱਚ ਉਸਤਤ ਹੁੰਦੀ, ਆਪਾਂ ਸੁਣਦੇ ਹਾਂ ਕਿ ਜਿਹਦੀ 4 ਕੁੰਟਾਂ ਦੇ ਵਿੱਚ ਉਸਤਤ ਹੋਊਗੀ ਉਹ ਭਗਤ ਹੋ ਗਿਆ। ਨਹੀਂ, ਜ਼ਰੂਰੀ ਨਹੀਂ। ਅਕਸਰ ਤੇ ਐਸਾ ਹੀ ਹੁੰਦਾ ਹੈ ਕਿ 4 ਕੁੰਟਾਂ ਦੇ ਵਿੱਚ ਉਸਤਤ ਅਗਿਆਨੀ ਦੀ ਵੀ ਹੁੰਦੀ ਹੈ, ਬਿਲਕੁਲ ਅਗਿਆਨੀ ਦੀ ਹੋ ਜਾਂਦੀ, ਜਿਹਨੂੰ ਕੁਝ ਵੀ ਨਹੀਂ ਪਤਾ, ਉਹ ਵੀ 4 ਕੁੰਟਾਂ ਦੇ ਵਿੱਚ ਜਾਣਿਆ ਜਾ ਸਕਦਾ। ਬਹੁਤੀ ਕਠਿਨਾਈ ਨਹੀਂ। ਤੇ ਜਿਹੜਾ ਭਗਤ ਹੈ, ਜਿਹੜਾ ਸਾਧਕ ਹੈ, ਉਹਨੂੰ ਆਪਣੇ ਜਣਾਉਣ ਦੇ ਨਾਲ ਤੇ ਜਾਣਨ ਦੇ ਨਾਲ ਕੁਝ ਨਹੀਂ ਫਰਕ ਪੈਂਦਾ। ਨਾ ਹੀ ਉਹ ਇਹ ਦੇਖਦਾ ਕਿ ਇਹਨੂੰ ਬਹੁਤ ਜਾਣਦੇ ਹਨ ਤੇ ਇਹ ਭਗਤ ਹੈ। ਐਸਾ ਨਹੀਂ ਹੈ। ਬਾਹਰੋਂ ਦੇਖ ਕੇ ਆਪਾਂ ਕੋਈ ਵੀ ਨਿਰਣਾ ਨਹੀਂ ਕਰ ਸਕਦੇ, ਨਾ ਹੀ ਆਪਾਂ ਨਿਰਣਾ ਕਰੀਏ। ਬਾਹਰੋਂ ਕੋਈ ਕੈਸਾ ਹੈ, ਕੋਈ ਕੈਸਾ ਹੈ, ਕੋਈ ਪਹੁੰਚਿਆ ਹੋਇਆ ਹੈ, ਕੋਈ ਨਹੀਂ ਪਹੁੰਚਿਆ ਹੋਇਆ। ਇਹ ਪਰਮਾਤਮਾ ਦਰਅਸਲ ਜੇ ਆਪਾਂ ਗਿਆਨਵਾਨ ਪੁਰਸ਼ਾਂ ਦੇ ਦ੍ਰਿਸ਼ਟੀਕੋਣ ਨੂੰ ਲਈਏ ਤੇ ਆਪਾਂ ਇਹ ਸਮਝ ਸਕਦੇ ਹਾਂ, ਜਦੋਂ ਪੂਰਨ ਗਿਆਨ ਹੋ ਜਾਂਦਾ ਹੈ ਨਾ, ਉਦੋਂ ਲੱਗਦਾ ਹੈ ਕਿ ਸਾਰੇ ਹੀ ਗਿਆਨੀ ਹਨ, ਕੋਈ ਵੀ ਅਗਿਆਨੀ ਨਹੀਂ ਹੈ। ਗਿਆਨਵਾਨ ਨੂੰ, ਬ੍ਰਹਮ ਗਿਆਨੀ ਨੂੰ ਇਹ ਪ੍ਰਤੀਤੀ ਹੁੰਦੀ ਹੈ, ਜਦੋਂ ਆਪਣੇ ਆਪ ਨੂੰ ਗਿਆਨ ਹੋ ਜਾਂਦਾ ਹੈ ਨਾ, ਉਹਨੂੰ ਇਹ ਪ੍ਰਤੀਤੀ ਹੁੰਦੀ ਹੈ ਕਿ ਸਾਰੇ ਹੀ ਗਿਆਨਵਾਨ ਹਨ, ਸਾਰੇ ਹੀ ਬ੍ਰਹਮ ਗਿਆਨੀ। ਉਹ ਅਗਿਆਨੀ ਕਿਸੇ ਨੂੰ ਨਹੀਂ ਸਮਝਦਾ। ਜਿਵੇਂ ਗੁਰਬਾਣੀ ਦੇ ਵਿੱਚ ਹੈ ਨਾ ਉਪਦੇਸ਼ ਕਿ ਸਾਰਿਆਂ ਨੂੰ ਗਿਆਨ ਹੈ, ਪਿੱਛੋਂ ਸਾਰੇ ਹੀ ਗਿਆਨੀ ਹਨ। ਆਪਾਂ ਪਰਮਾਤਮਾ ਹੀ ਹਾਂ, ਸਾਰੇ ਆਪਾਂ ਜਾਣਦੇ ਹੀ ਹਾਂ ਸਭ ਕੁਝ, ਆਪਾਂ ਨੂੰ ਗਿਆਨ ਹੀ ਹੈ। ਐਸਾ ਨਹੀਂ ਹੈ ਕਿ ਗਿਆਨ ਨਹੀਂ, ਸਭ ਆਪਾਂ ਪਰਮਾਤਮਾ ਹੀ ਹਾਂ। ਸਿਰਫ ਹਲਕਾ ਜਿਹਾ ਪੜਦਾ ਹੈ,
वो भी कोई गल है। पर्दा तो किसी का भी हट सकता। पांबीरी के पात पार दो बिन पेखे दूर आए। बरसात के दिनों दे विच उड़दी है पांबीरी, मच्छर मक्खियां खांदी। बहुत पतले हन खंभों दे पारदर्श। ओदे वर्गा कहंदे पर्दा है बस। तो किसी का एक क्षण दे विच भी हट सकता है। वो है तो ज्ञानी है, सिर्फ एक पर्दा विच। जिवें आपां कह लईए भी प्रकाश एक पासे है तो उहदे विचाले एक बारीक पर्दा है, तो दूसरे पासे प्रकाश साफ साफ नहीं जा रहे, धुंधला धुंधला जा रहे है, साफ नहीं। बस वो धुंधले प्रकाश नहीं काम चलाउंदा है। जिवें हनेरा होवे ना, बहुता हनेरा, पिछे तो प्रकाश पूरा है, विचाले एक छोटा जिहा पर्दा है, तो पर्दे थाणी रोशनी जा रही है, आपां काम कर रहे हैं। रोशनी पूरी नहीं है, इस करके आपां नूं साफ साफ घर दीयां चीज़ां दिखाई नहीं दे रही हैं। साफ साफ आपां काम नहीं कर रहे हैं। कदी कोई भांडा डिग पैंदा है, कदी कोई सब्जी दे विच लूण वध पै जांदा है, कदी कोई काम बिगड़ जाता है, कदी कोई सवर जाता है। सिर्फ कारण यह ही है भी थोड़ा जिहा प्रकाश घट है। क्यों घट है? पर्दा विचार, और कोई कारण नहीं है। पिछों तो प्रकाश पूरा ही है, छोटा जिहा पर्दा है विच। ओहदा करके आपां जो कुछ करते हैं गलत गलत हो रहा है, साफ साफ दिखाई नहीं दे रहा आपां नूं की करना है की नहीं करना, की उचित है की अनुचित है, की चंगा है की माड़ा है। आपां घट प्रकाश दे विच काम चला रहे हैं संसार दे विच। बस इन्ना की तो पर्दा ही हटाउणा है। तो पर्दा हटाउण नूं कोई चिर थोड़ी लगे। वो तो एक क्षण दे विच चक्को पर्दा ते लांबे हो गए। इन्ना को ही फर्क है। जैनियां दे 24 अवतार महावीर नूं किसी ने पुछया सी ना, विज्ञानी ते अज्ञानी दे विच, संत ते असंत दे विच की फर्क है, किन्ना कुछ फर्क है। मुनि ते अमुनि च किन्ना कुछ फर्क है। वो कहते सुत्ता अमुनि असुत्ता मुनि, बस इन्ना की फर्क है। जिहड़ा सुत्ता होया है नींद दे विच, वो अमुनि, वो असंत, वो अज्ञानी। जिहड़ा जाग गया है वो मुनि, वो संत, वो ज्ञानवान पुरुष। ते जागते ते सुते बंदे च कोई खास फर्क तो नहीं है। शरीर ते पूरा है, सब कुछ पूरा है, कुछ भी घट वाध थोड़ी हुंदा। पूरा ही सुता होया, पूरा ही जाग। ते ज्ञानवान पुरुष नूं ते कोई भी अज्ञानी लगता ही नहीं है। ਉਹਨੇ ਕਿਸੇ ਨੂੰ ਮਾੜਾ ਕਹਿੰਦਾ ਹੀ ਨਹੀਂ। ਜੇ ਕਹਿੰਦਾ ਵੀ ਉਹ ਕਿਸੇ ਕਾਰਨ ਕਰਕੇ ਕਹਿੰਦਾ ਹੈ ਤਾਂ ਕਿ ਉਹ ਅੱਗੇ ਵੱਧ ਸਕੇ, ਉਹਦਾ ਵਿਕਾਸ ਹੋ ਸਕੇ, ਉਹਨੂੰ ਕੋਈ ਲਾਭ ਜਾਂ ਫਾਇਦਾ ਪਹੁੰਚਾਉਣ ਵਾਸਤੇ ਕੁਝ ਕਿਹਾ ਜਾਂਦਾ। ਉੱਦਾਂ ਉਹ ਜਾਣਦਾ ਹੀ ਹੈ ਸਭ ਪਰਮਾਤਮਾ ਹੀ ਹੈ, ਸਾਰਿਆਂ ਨੂੰ ਗਿਆਨ। ਜੇ ਮਹਾਤਮਾ ਬੁੱਧ ਨੂੰ ਗਿਆਨ ਹੋਇਆ ਸੀ ਨਾ, वो कहते भी सारे नूं हो गए, मैनू हो गया तो सारे नूं हो गए। बचिया कौन? सारे ज्ञानवान। ऐसा हुंदा है जो अपने अंदर परमात्मा दिखाई जाता है तो सारे अंदर परमात्मा ही परमात्मा है। तो परमात्मा ही जो कर करा रहा है तो अज्ञानी कौन हो? सारे ही ज्ञान, सब ही परमात्मा। तो इहो दृष्टि है जो आप कह दिंदे आ कि मेरा काम परमात्मा क्यों नहीं कर रहा। जे मैं जुदा हाँ तो परमात्मा जुदा है।
ਜਦੋਂ ਮੈਂ ਨਾ ਰਿਹਾ ਤੇ ਆਪਾਂ ਨੂੰ ਇਹ ਦਿਖਾਈ ਦੇਣਾ ਹੈ ਕਿ ਜੋ ਕੁਝ ਵੀ ਕਰਾ ਰਿਹਾ ਹੈ ਉਹ ਪਰਮਾਤਮਾ ਹੀ ਕਰ ਰਿਹਾ ਹੈ ਤੇ ਕਰਾ ਰਿਹਾ ਹੈ, ਮੇਰਾ ਤੇਰਾ ਨਹੀਂ। ਮੈਂ ਜਦੋਂ ਵਿੱਚ ਨਹੀਂ ਹੁੰਦਾ ਉਦੋਂ ਇਹ ਦਿਖਾਈ ਦਿੰਦਾ ਹੈ ਕਿ ਜੋ ਕੁਝ ਵੀ ਹੋ ਰਿਹਾ ਹੈ ਉਹ ਪਰਮਾਤਮਾ ਹੀ ਹੈ। ਆ ਜਿਹੜੇ ਹੱਥ ਆ ਜਿਨ੍ਹਾਂ ਦੁਆਰਾ ਮੈਂ ਕਹਿੰਦਾ ਮੈਂ ਕਰਦਾ, ਜ਼ੁਬਾਨ ਦੁਆਰਾ ਮੈਂ ਬੋਲਦਾ, ਸਰੀਰ ਦੁਆਰਾ ਮੈਂ ਕੰਮ ਕਰਦਾ, ਮੈਂ ਨਹੀਂ ਹੈ ਤੇ ਪਰਮਾਤਮਾ ਹੀ ਕਰਾ ਰਿਹਾ ਹੈ। ਇਹਨਾਂ ਹੱਥਾਂ ਦੁਆਰਾ ਵੀ ਤਾਂ ਲਾਗਲੇ ਗੁਆਂਢੀ ਦੇ ਹੱਥਾਂ ਦੁਆਰਾ ਵੀ, ਦੂਸਰੇ ਦੇ ਹੱਥਾਂ ਦੁਆਰਾ ਵੀ, ਤੀਸਰੇ ਦੇ ਹੱਥਾਂ ਦੁਆਰਾ ਵੀ। ਮੈਂ ਦੇ ਕਾਰਨ ਹੀ ਆਪਾਂ ਦੁਖੀ ਵੀ ਹੁੰਦੇ ਹਾਂ ਕਿ ਮੇਰੇ ਕੰਮ ਨੂੰ ਘਾਟਾ ਪੈ ਗਿਆ ਤੇ ਆਪਾਂ ਕਹਿੰਦੇ ਮੇਰੇ ਕੰਮ। ਗੁਆਂਢੀ ਦੇ ਕੰਮ ਨੂੰ ਘਾਟਾ ਪੈ ਜਾਏ ਤੇ ਆਪਾਂ ਨੂੰ ਕੋਈ ਨਹੀਂ ਹਰਖ ਹੁੰਦਾ, ਦੁੱਖ ਹੁੰਦਾ। ਕਿਸੇ ਹੋਰ ਦੇ ਕੰਮ ਨੂੰ ਘਾਟਾ ਪੈ ਜਾਏ ਆਪਾਂ ਨੂੰ ਕੋਈ ਚਿੰਤਾ ਨਹੀਂ। ਮੇਰੇ ਤੇ ਪ੍ਰਮਾਤਮਾ ਨੇ ਕਿਰਪਾ ਕਰ ਰਹੀ, ਉਹ ਦੇਖੋ ਗੁਆਂਢੀ ਤੇ ਕਰ, ਉਹਦਾ ਕਿੰਨਾ ਕੰਮ ਚੱਲਦਾ, ਮੇਰਾ ਨਹੀਂ। ਇੱਥੋਂ ਹੀ ਫਰਕ ਪੈ ਗਈ। ਉਹਦੇ ਵਿੱਚ ਆਪਾਂ ਕੁਝ ਹੋਰ ਦੇਖਦੇ ਹਾਂ, ਆਪਣੇ ਵਿੱਚ ਕੁਝ ਹੋਰ ਦੇਖਦੇ ਹਾਂ। ਇੱਥੇ ਮੈਂ ਹੈ, ਉੱਥੇ ਉਹ ਨਾਮ ਨਹੀਂ ਜਪਦਾ, ਪਾਪੀ ਹੈ, ਉਹਦਾ ਕੰਮ ਕਿੰਨਾ ਚੱਲਦਾ। ਅਕਸਰ ਆਦਮੀ ਇਹ ਖਿਆਲ ਕਰਦਾ ਹੈ ਕੋਈ ਦੁਰਾਚਾਰੀ ਹੈ, ਕੋਈ ਪਾਪੀ ਹੈ, ਉਹਦਾ ਦੇਖੋ ਕਿੰਨਾ ਕੰਮ ਚੱਲਦਾ। ਉੱਤੇ ਰੱਬ ਦੀ ਕਿੰਨੀ ਬਖਸ਼ਿਸ਼ ਹੈ। ਆਪਾਂ ਤਾਂ ਸੰਸਾਰ ਦੇ ਵਿੱਚ ਜੋ ਗੱਲਾਂ ਸੁਣਦੇ ਹਨ ਬੜੇ ਪ੍ਰਭਾਵਿਤ ਹੋ ਜਾਂਦੇ। ਕਿਸੇ ਦੀ ਕੋਠੀ ਬਣ ਗਈ ਤੇ ਆਪਾਂ ਕਹਿੰਦੇ ਬੜੀ ਰੱਬ ਦੀ ਕਿਰਪਾ ਹੈ। ਕਾਰੋਬਾਰ ਚੱਲ ਪਿਆ, ਬੜੀ ਪ੍ਰਮਾਤਮਾ ਦੀ ਕਿਰਪਾ ਹੈ। ਧਨ ਦੌਲਤ ਖੂਬ ਆ ਗਈ, ਬੜੀ ਪ੍ਰਮਾਤਮਾ ਦੀ ਕਿਰਪਾ ਹੈ। ਗੁਰੂ ਦੀ ਕਿਰਪਾ ਦੁਆਰਾ ਦੇਖੋ ਇਹਨੂੰ ਕਿੰਨਾ ਕੁਛ ਮਿਲਦਾ। ਤੇ ਜੇ ਕਿਸੇ ਦਾ ਧਨ ਚਲੇ ਗਿਆ ਤੇ ਆਪਾਂ ਕਹਿੰਦੇ ਗੁਰੂ ਦੀ ਕੋਈ ਕਿਰਪਾ ਨਹੀਂ, ਪ੍ਰਮਾਤਮਾ ਦੀ ਨਹੀਂ ਕਿਰਪਾ। ਸੰਪत्ति ਨਾ ਰਹੀ ਤੇ ਪ੍ਰਮਾਤਮਾ ਕਰੋਪੀ ਹੋ ਗਈ। ਆਪਾਂ ਪ੍ਰਮਾਤਮਾ ਨੂੰ ਵੀ ਧਨ ਦੌਲਤ ਦੇ ਨਾਲ ਹੀ ਤੋਲਦੇ ਹਾਂ। ਧਨ ਹੈ ਤੇ ਪ੍ਰਮਾਤਮਾ ਦੀ ਕਿਰਪਾ ਹੈ, ਧਨ ਨਹੀਂ ਹੈ ਤੇ ਪ੍ਰਮਾਤਮਾ ਦੀ ਕੋਈ ਕਿਰਪਾ ਨਹੀਂ। ਕਾਰੋਬਾਰ ਚੰਗਾ ਚੱਲਦਾ ਤੇ ਪ੍ਰਮਾਤਮਾ ਦੀ ਕਿਰਪਾ ਹੈ, ਕਾਰੋਬਾਰ ਨਹੀਂ ਚੱਲਿਆ ਤੇ ਕੋਈ ਕਿਰਪਾ ਨਹੀਂ। ਗੁਰੂ ਨਾਰਾਜ਼ ਹੋ ਗਿਆ, ਗੁਰੂ ਦੀ ਕਿਰਪਾ ਨਹੀਂ। ਗੁਰੂ ਦੀ ਕਿਰਪਾ ਤੇ ਉਹਦੇ ਤੋਂ ਹੁੰਦੀ ਜਿਹਦਾ ਕਾਰੋਬਾਰ ਚੱਲੇ। ਲੋਕ ਇਸੇ ਢੰਗ ਦੇ ਨਾਲ ਹੀ ਪੂਜਦੇ ਹਨ ਆਪਣੇ ਗੁਰੂ ਨੂੰ। ਇੱਕ ਘਟਨਾ ਵਿਦੇਸ਼ ਦੀ ਹੈ, ਕੈਨੇਡਾ ਦੇ ਵਿੱਚ ਕਮਾਈ ਗਈ ਹੋਈ। ਉਹ ਕਹਿੰਦੀ ਜਦੋਂ ਦੇ ਅਸੀਂ ਉੱਥੇ ਗਏ ਹੋਏ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆਪਣੇ ਘਰ ਕੀਤਾ ਹੋਇਆ। ਮੈਂ ਬਹੁਤ ਸੇਵਾ ਕਰਦਾ, ਸਵੇਰੇ ਸ਼ਾਮ ਦਿਨੇ ਵੀ ਜਦੋਂ ਟਾਈਮ ਲੱਗਣਾ, ਕਿਉਂਕਿ ਮੈਂ ਕੰਮ ਤੇ ਜਾਂਦੀ ਨਹੀਂ, ਤੇ ਪਾਠ ਕਰਦੀ। ਕਹਿੰਦੀ ਹੁਣ ਸਾਡੀ ਸਾਰੀ ਸ਼ਰਧਾ ਟੁੱਟ ਗਈ, ਬਿਲਕੁਲ ਸ਼ਰਧਾ ਨਹੀਂ ਰਹੀ। ਮੈਂ ਕਿਹਾ ਕੀ ਹੋ ਗਿਆ, ਸ਼ਰਧਾ ਕਿਵੇਂ ਟੁੱਟ ਗਈ? 40 ਸਾਲ ਹੋ ਗਏ ਕਹਿੰਦੀ ਮੈਨੂੰ ਸੇਵਾ ਕਰਦੇ। ਕੀ ਦਿੱਤਾ ਪ੍ਰਮਾਤਮਾ ਨੇ? ਸਾਡੇ ਕੋਲ 2 ਟਰਾਲੇ ਪਾਏ ਹੋਏ ਸੀ, ਉਹ ਵੀ ਦੋਵੇਂ ਜਾਂਦੇ ਲੱਗੇ। ਨੁਕਸਾਨ ਹੋ ਗਿਆ, ਪਰਿਵਾਰ ਖੇਰੂ ਹੋ ਗਿਆ, ਪਰਿਵਾਰ ਦੇ ਵਿੱਚ ਨਹੀਂ ਬਣਦੀ, ਕਾਰੋਬਾਰ ਨਹੀਂ ਚੱਲਦਾ। ਤੇ ਮੈਂ ਆਖਰਕਾਰ ਗੁਰਦੁਆਰੇ ਭਾਈ ਨੂੰ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਚੱਕ ਕੇ ਲੈ ਜਾ। ਇਹ ਹੈ ਆਪਣੀ ਸ਼ਰਧਾ। ਆਪਾਂ ਧਨ ਦੌਲਤ ਦੇ ਨਾਲ ਹੀ ਗੁਰੂ ਨੂੰ, ਪਰਮਾਤਮਾ ਨੂੰ ਰਿਝਾਉਂਦੇ ਹਾਂ, ਸੋਚਦੇ ਹਾਂ ਵੀ ਪਰਮਾਤਮਾ ਕਿਰਪਾ ਕਰਦਾ ਹੈ, ਧਨ ਦੌਲਤ ਹੈ, ਸੰਸਾਰ ਦੇ ਵਿੱਚ ਤਰੱਕੀ ਹੈ ਤੇ ਪਰਮਾਤਮਾ ਦੀ ਕਿਰਪਾ। ਬਹੁਤ ਕਠਿਨ ਹੈ ਸਮਝਣਾ ਪਰਮਾਤਮਾ ਦੀ ਕਿਹਦੀ ਕਿਰਪਾ ਹੋ ਰਹੀ। ਕਈ ਵਾਰ ਪਰਮਾਤਮਾ ਦੀ ਕਿਰਪਾ ਜਿਹਦੇ ਤੇ ਹੁੰਦੀ ਉਹਦਾ ਧਨ ਦੌਲਤ ਛੀਨ ਲੈਂਦਾ ਹੈ ਪਰਮਾਤਮਾ। ਭਾਈ ਮੰਝ ਵਰਗੇ
ਖੋਹ ਲੈਂਦਾ ਹੈ। ਇੱਕ ਛੋਟੀ ਜਿਹੀ ਕਹਾਣੀ, ਅਰਜਨ ਕ੍ਰਿਸ਼ਨ ਨੂੰ ਕਹਿੰਦੇ ਵੀ ਬਹੁਤ ਸਾਰੇ ਭਗਤ ਹਨ ਆਪ ਜੀ ਦੇ, ਬਹੁਤ ਸਾਰੇ ਪ੍ਰੇਮੀ ਹਨ, ਵੀ ਕੋਈ ਇਹੋ ਜਿਹੇ ਭਗਤ ਪ੍ਰੇਮੀਆਂ ਦੇ ਦਰਸ਼ਨ ਕਰਾਓ ਵੀ ਮੈਨੂੰ ਵੀ ਕੁਛ ਸਮਝ ਵਿੱਚ ਆਵੇ, ਕੈਸੇ ਕੈਸੇ ਭਗਤ ਹਨ, ਕੈਸੇ ਕੈਸੇ ਪ੍ਰੇਮੀ ਹਨ, ਮੈਨੂੰ ਵੀ ਦਿਖਾ ਲਓ। ਕ੍ਰਿਸ਼ਨ ਜੀ ਲੈ ਗਏ ਇੱਕ ਅਮੀਰ ਭਗਤ ਕੋਲ, ਜਿਹਦਾ ਬਹੁਤ ਸਾਰਾ ਕਾਰੋਬਾਰ ਚੱਲਦਾ। ਉਹ ਪਾਠ ਪੂਜਾ ਕਰ ਰਿਹਾ, ਮੂਰਤੀ ਰੱਖੀ ਹੋਈ ਸਾਹਮਣੇ ਕ੍ਰਿਸ਼ਨ ਜੀ ਦੀ, ਬੜੀ ਭਾਵਨਾ ਭਗਤੀ ਦੇ ਵਿੱਚ ਜੁੜਿਆ ਹੋਇਆ, ਬੜੀ ਆਰਤੀ ਕਰ ਰਿਹਾ ਹੈ, ਬਿਲਕੁਲ ਮਗਨ ਹੋਇਆ, ਐਨ ਜਿਵੇਂ ਭਗਤ ਹੁੰਦੇ ਨਹੀਂ ਮਗਨ, ਏਦਾਂ ਮਗਨ ਹੋ ਗਿਆ ਆਰਤੀ ਕਰ। ਕ੍ਰਿਸ਼ਨ ਜੀ ਪਿੱਛੇ ਖੜੇ ਰਹੇ, ਆਰਤੀ ਪੂਰੀ ਹੋਈ, ਦਰਸ਼ਨ ਕੀਤੇ, ਪਹਿਚਾਣ ਲਿਆ ਵੀ ਕ੍ਰਿਸ਼ਨ ਹਾਂ, ਬੜੇ ਸਤਿਕਾਰ ਦੇ ਨਾਲ ਬਿਠਾ ਲਿਆ, ਆਓ ਭਗਤ ਕੀਤੀ। ਕ੍ਰਿਸ਼ਨ ਨੇ ਪੁੱਛਿਆ, ਭਾਈ ਤੂੰ ਇੰਨੀ ਭਗਤੀ ਮੇਰੀ ਪ੍ਰੇਮ ਨਾ ਕਰਦਾ, ਕੀ ਚਾਹੀਦਾ? ਕਹਿੰਦਾ ਕਾਰੋਬਾਰ ਦੇ ਵਿੱਚ ਘਾਟਾ ਪੈ ਗਿਆ, ਉੱਧਰ ਜਿਹੜਾ ਕੰਮ ਚੱਲ ਰਿਹਾ ਹੈ ਉਹ ਘਟ ਗਿਆ, ਬੰਦ ਹੋ ਗਿਆ, ਇਸ ਫੈਕਟਰੀ ਦਾ ਕੰਮ ਜਿਹੜਾ ਉਹ ਵੀ ਘਟ ਗਿਆ, ਕਿਰਪਾ ਕਰੋ ਕਾਰੋਬਾਰ ਹੋਰ ਵਧੇ। ਕ੍ਰਿਸ਼ਨ ਕਹਿੰਦੇ ਤਥਾਸਤੂ, ਵਧੂ। ਅਰਜਨ ਨੂੰ ਲੈ ਕੇ ਅੱਗੇ ਇੱਕ ਜੰਗਲ ਦੇ ਵਿੱਚ, ਝੜੀ ਦੇ ਵਿੱਚ ਚਲੇ ਗਏ। ਉੱਥੇ ਇੱਕ ਭਗਤ ਸਾਧਨਾ ਕਰ ਰਿਹਾ ਹੈ, ਸਾਧਕ। ਇੱਕ ਉਹਦੇ ਕੋਲ ਬੜੀ ਸੁੰਦਰ ਗਾਂ ਹੈ, ਚਿੱਟੇ ਰੰਗ ਦੀ, ਬਹੁਤ ਸੋਹਣੀ। ਭਗਤ ਨੇ ਕ੍ਰਿਸ਼ਨ ਮਹਾਰਾਜ ਜੀ ਨੂੰ ਦੇਖਿਆ, ਬੜਾ ਖੁਸ਼ ਹੋਇਆ, ਗਦ-ਗਦ ਬਿਠਾ ਲਿਆ, ਗਾਂ ਦਾ ਦੁੱਧ ਚੋ ਕੇ ਪਿਆ ਲਿਆ, ਬੜੀ ਆਓ ਭਗਤ ਕੀਤੀ। ਕ੍ਰਿਸ਼ਨ ਜੀ ਨੇ ਪੁੱਛਿਆ, ਭਗਤ ਜੀ ਕੀ ਚਾਹੀਦਾ ਹੈ? ਬੜੀ ਆਰਾਧਨਾ ਕੀਤੀ ਤੁਸੀਂ, ਸਾਧਨਾ ਕੀਤੀ, ਸਾਨੂੰ ਯਾਦ ਕੀਤਾ ਹੈ, ਅਸੀਂ ਆ ਗਏ ਹਾਂ, ਤੂੰ ਦੱਸ ਕੀ ਚਾਹੀਦਾ? ਕਹਿੰਦਾ ਜੀ ਮੇਰੀ ਪ੍ਰੀਤੀ ਤੁਹਾਡੇ ਚਰਨਾਂ ਦੇ ਨਾਲ ਪੂਰੀ ਹੋਵੇ। ਪੂਰੀ ਪ੍ਰੀਤੀ ਨਹੀਂ ਹੈ, ਮੈਂ ਭੁੱਲ ਜਾਣਾ ਹਾਂ ਵਿੱਚ ਧਿਆਨ ਹੋਰ ਕਿਧਰੇ ਚਲੇ ਜਾਂਦਾ ਹੈ। ਮੈਂ ਕਹਿੰਦਾ ਹਾਂ ਕਿ 100% ਪ੍ਰੀਤੀ ਆਪਦੀ ਤੇ ਚਰਨਾਂ ਨਾਲ, ਭੁੱਲਾਂ। ਕ੍ਰਿਸ਼ਨ ਜੀ ਕਹਿੰਦੇ ਤਥਾਸਤੂ, ਏਦਾਂ ਹੀ ਹੋਵੇਗਾ। ਜਦੋਂ ਕੁਟੀਆ ਚੋਂ ਬਾਹਰ ਨਿਕਲੇ, ਗਾਂ ਵੱਲ ਦੇਖਿਆ ਧਿਆਨ ਨਾਲ, ਬੜੀ ਸੁੰਦਰ ਗਾਂ ਹੈ। ਜਾਣ ਗਏ ਵੀ ਜਿਹੜੀ ਪ੍ਰੀਤੀ ਹੈ ਉਹ ਕਿਹਦੇ ਵੱਲ ਹੈ? ਗਾਂ ਵੱਲ ਹੈ। ਗਾਂ ਨੂੰ ਕਹਿ ਦਿੱਤਾ, ਭਗਤਣੀਏ ਤੂੰ ਚੱਲ, ਤੇਰਾ ਹੁਣ ਕੰਮ ਸਮਾਪਤ ਹੋ ਗਿਆ, ਹੁਣ ਭਗਤ ਦੀ ਪ੍ਰੀਤੀ ਸਾਡੇ ਨਾਲ ਹੋ ਲੈਣ। ਕ੍ਰਿਸ਼ਨ ਦੇ ਜੋ ਕਦਮ ਅੱਗੇ ਗਏ, ਗਾਂ ਧੜਾਮ ਥੱਲੇ ਡਿੱਗੀ ਤੇ ਪ੍ਰਾਣ ਤਿਆਗ ਦਿੱਤੇ। ਅਰਜਨ ਹੈਰਾਨ ਹੋਇਆ ਵੀ ਹੱਦ ਹੋ ਗਈ, ਇੱਕ ਭਗਤ ਕੋ ਸਿਰਫ ਗਾਂ ਹੀ, ਉਹਦਾ ਦੁੱਧ ਪੀ ਕੇ ਗੁਜ਼ਾਰਾ ਕਰ ਰਿਹਾ ਹੈ ਵਿਚਾਰਾ, ਉਹਦੀ ਗਾਂ ਨਹੀਂ ਰਹਿਣ ਦਿੱਤੀ। ਦੂਸਰੇ ਭਗਤ ਨੂੰ ਆਵਾਗਾਉਣ ਹੀ ਦੇਈ ਜਾਂਦੇ, ਉਹਦੀ ਫੈਕਟਰੀ ਚੱਲ ਜੇ, ਉਹ ਵੀ ਫੈਕਟਰੀ ਚੱਲ ਜੇ, ਉਹ ਵੀ ਕੰਮ ਚੱਲ ਜੇ, ਵੀ ਆ ਵੀ ਕੋਈ ਨਿਆਏ ਤੇ ਨਾ ਹੋਇਆ ਨਾ ਕੋਈ। ਇਹ ਤੇ ਬਹੁਤ ਵੱਡਾ ਅਨਿਆਏ ਹੋ ਗਿਆ। ਗਰੀਬ ਭਗਤ ਵਿਚਾਰਾ, ਉਹਦੀ ਗਾਂ ਨਹੀਂ ਰਹਿਣ ਦਿੱਤੀ, ਹੱਦ ਹੋ ਗਈ। ਨਾ ਰਹਿ ਸਕਿਆ। ਕ੍ਰਿਸ਼ਨ ਨੂੰ ਪੁੱਛਿਆ ਕਿ ਤੁਸੀਂ ਦੱਸੋ ਕੀਤਾ ਕੀ ਤੁਸੀਂ? ਵੀ ਇਹ ਵਿਚਾਰੇ ਕੋਲ ਕੁਝ ਵੀ ਨਹੀਂ ਹੈ, ਨੰਗ ਧੜੰਗ ਬੈਠਾ, ਇੱਕ ਗਾਂ ਦੇ ਕਰਕੇ ਹੀ ਜੀ ਰਿਹਾ ਸੀ, ਦੁੱਧ ਪੀ ਕੇ ਗੁਜ਼ਾਰਾ ਕਰਦਾ, ਲਾਗੇ ਕੁਝ ਹੈ ਵੀ ਨਹੀਂ ਖਾਣ ਨੂੰ। ਕ੍ਰਿਸ਼ਨ ਕਹਿੰਦੇ ਹਨ ਕਿ ਇਹ ਮੇਰਾ ਪਿਆਰਾ ਭਗਤ ਹੈ ਅਰਜਨ, ਇਹ ਮੇਰਾ ਸ੍ਰੇਸ਼ਟ ਭਗਤ ਹੈ, ਇਹ ਮੇਰਾ ਚਿੰਤਨ ਕਰਦਾ ਹੈ, ਮੇਰੇ ਨਾਲ ਜੁੜਨਾ ਚਾਹੁੰਦਾ ਹੈ, ਇਸ ਕਰਕੇ ਮੈਂ ਇਹਦੇ ਨਾਲ ਪ੍ਰੇਮ ਕੀਤਾ ਤੇ ਇਹਦੇ ਨਾਲ ਕੋਈ ਅਨਿਆਏ ਨਹੀਂ ਹੋਇਆ।
अन्याय तो ਉਹਦੇ ਨਾਲ ਹੋਇਆ ਜਿਹੜਾ ਪਹਿਲਾਂ ਮਿਲਿਆ ਸੀ ਆਪਾਂ ਨੂੰ, ਉਹਦੇ ਨਾਲ ਬਹੁਤ ਵੱਡਾ अन्याय ਹੋਇਆ। ਉਹ ਤੇ ਮੇਰੇ ਤੋਂ ਹੋਰ ਦੂਰ ਚਲੇ ਗਿਆ, ਪਹਿਲਾਂ ਹੀ ਦੂਰ ਸੀ ਪਰ ਹੋਰ ਦੂਰ ਹੋ ਗਏ। ਉਹਨੇ ਹੋਰ ਕਾਰੋਬਾਰ ਮੰਗ ਲਿਆ, ਧੰਦਾ ਮੰਗ ਲਿਆ, ਪ੍ਰੋਪਰਟੀ ਮੰਗ ਲਈ। ਬਿਲਕੁਲ ਨਹੀਂ ਪਿਛੜਿਆ ਹੋਇਆ ਭਗਤ ਹੈ, ਦੂਰ ਦਾ ਹੈ, ਸਿਰਫ ਕੰਮ ਧੰਦੇ ਕਰਕੇ ਮੈਨੂੰ ਯਾਦ ਕਰਦਾ। ਇਹੋ ਜਿਹੇ ਭਗਤ ਵੀ ਬਹੁਤ ਹਨ ਅਰਜਨ, ਤੇ ਭਟਕਦੇ ਰਹਿੰਦੇ ਸੰਸਾਰ ਦੇ ਵਿੱਚ ਹੀ, ਦੁਖੀ ਹੁੰਦੇ ਰਹਿੰਦੇ। ਇਹਨਾਂ ਦੀ ਤ੍ਰਿਪਤੀ ਨਹੀਂ ਹੋ ਸਕਦੀ, ਕਿਉਂਕਿ ਜਿੰਨਾ ਵੀ ਧੰਦਾ ਹੋਵੇ ਓਨਾ ਹੀ ਘੱਟ ਲੱਗਦਾ, ਜਿੰਨਾ ਕਾਰੋਬਾਰ ਹੋਵੇ ਓਨਾ ਹੀ ਘੱਟ ਲੱਗਦਾ। ਭਜਦੇ ਤੇ ਮੈਨੂੰ ਹਨ, ਪਰ ਭਜਦੇ ਕਾਹਦੇ ਕਰਕੇ, ਜਪਦੇ ਕਾਹਦੇ ਕਰਕੇ, ਯਾਦ ਕਾਹਦੇ ਕਰਕੇ ਕਰਦੇ? ਸੰਸਾਰ ਵਾ ਤੇ ਸੰਸਾਰ 'ਚ ਹੀ ਉਲਝੇ ਰਹਿਣਗੇ। ਆ ਮੇਰਾ ਪਿਆਰਾ ਭਗਤ ਹੈ ਅਰਜਨ, ਇਹਦੇ ਨਾਲ ਮੈਂ ਕੋਈ ਅਨਿਆਏ ਨਹੀਂ ਕੀਤਾ, ਨਿਆਏ ਹੀ ਕੀਤਾ। ਇਹ ਹੁਣ ਪੂਰੀ ਪੂਰੀ ਪ੍ਰੀਤੀ ਮੇਰੇ ਚਰਨਾਂ ਨਾਲ ਲਾਵੇਗਾ। ਹੁਣ ਨਿਸ਼ਚਿੰਤ ਹੋ ਗਿਆ। ਅੱਗੇ ਗਾਂ ਵੱਲ ਧਿਆਨ ਰਹਿੰਦਾ ਸੀ, ਪੱਠੇ ਪਾਉਣੇ, ਪਾਣੀ ਵਿਖਾਉਣਾ, ਸੇਵਾ ਕਰਨੀ, ਖਿਆਲ ਰਹਿੰਦਾ ਸੀ। ਹੁਣ ਖਿਆਲ ਖਤਮ ਹੋ ਗਿਆ, ਮੇਰੇ ਨਾਲ ਜੁੜ ਸਕਦਾ। ਤੇ ਕਈ ਵਾਰ ਸੰਸਾਰ ਦੇ ਵਿੱਚ ਉਲਟਾ ਕੰਮ ਵੀ ਹੋ ਜਾਂਦਾ ਹੈ। ਕਹਿ ਤਾਂ ਦਿੰਦੇ ਨੇ ਭਗਤਾਂ ਦੇ ਕਾਰਜ ਸਵਾਰਦਾ, ਕਈ ਵਾਰ ਵਿਗਾੜਦਾ ਵੀ ਹੈ। ਵਿਗਾੜਦਾ ਵੀ ਤਾਂ ਕਿ ਉਹ ਸੁਧਰ ਜਾਣ, ਹੋਰ ਜੁੜ ਜਾਣ ਮੇਰੇ ਨਾਲ। ਜੇ ਸਵਾਰਦਾ ਹੀ ਰਿਹਾ ਤੇ ਹੋਰ ਦੂਰ ਚਲੇ ਜਾਣਗੇ। ਪਰ ਵਿਗਾੜਨ ਵਾਲਾ ਨਹੀਂ ਆਪਾਂ ਨੂੰ ਦਿਖਦਾ ਵੀ ਉਹਦੇ ਵਿੱਚ ਵੀ ਲਾਭ ਹੀ ਕਰਦਾ ਹੈ, ਉਹਦੇ 'ਚ ਵੀ ਫਾਇਦਾ ਹੁੰਦਾ। ਆਪਣੀ ਤੇ ਬਿਲਕੁਲ ਓਪਰੀ ਦ੍ਰਿਸ਼ਟੀ। ਸਵਾਰਦਾ ਹੈ ਤੇ ਆਪਾਂ ਕਹਿ ਦਿੰਦੇ ਹਾਂ ਠੀਕ ਹੈ ਮੇਰੇ ਵੱਲ ਹੈ, ਵਿਗਾੜਦਾ ਹੈ ਤੇ ਮੇਰੇ ਵੱਲ ਨਹੀਂ, ਮੇਰੇ ਤੋਂ ਬਹੁਤ ਦੂਰ। ਜਿਵੇਂ ਇਤਿਹਾਸ ਦੇ ਵਿੱਚ ਹੈ ਨਾ ਇੱਕ ਲੇਖ, ਕਹਿੰਦੇ ਕੁੰਤੀ ਸਦਾ ਹੀ ਪ੍ਰਮਾਤਮਾ ਕੋਲੋਂ ਕ੍ਰਿਸ਼ਨ ਕੋ ਮੰਗਦੀ ਹੁੰਦੀ ਸੀ ਕਿ ਮੈਨੂੰ ਦੁੱਖ ਦੇਣਾ, ਮੈਨੂੰ ਕੁਝ ਨਹੀਂ ਚਾਹੀਦਾ, ਇੱਕ ਸਿਰਫ ਦੁੱਖ ਦੇ ਦਿਆ ਕਰੋ ਥੋੜਾ ਜਿਹਾ। ਕ੍ਰਿਸ਼ਨ ਕਹਿੰਦੇ ਵੀ ਸਾਰੇ ਹੀ ਸੁੱਖ ਮੰਗਦੇ, ਤੂੰ ਕਿਉਂ ਦੁੱਖ ਮੰਗਦੇ? ਕਹਿੰਦੀ ਦੁੱਖ ਦੇ ਵਿੱਚ ਨਾ ਉਹਨੂੰ ਯਾਦ ਰਹਿੰਦਾ, ਚੇਤਾ ਰਹਿੰਦਾ, ਖਿਆਲ ਰਹਿੰਦਾ। ਦੁੱਖ ਦੇ ਵਿੱਚ ਤੁਹਾਡੀ ਯਾਦ ਬਣੀ ਰਹਿੰਦੀ, ਦੁੱਖ ਨਾ ਹੋਵੇ ਤੇ ਭੁੱਲ ਜਾ। ਕਈ ਵਾਰ ਪਰਮਾਤਮਾ ਦੁੱਖ ਦੇ ਕੇ ਵੀ ਭਗਤ ਨੂੰ ਆਪਣੇ ਵੱਲ ਪ੍ਰੇਰਦਾ ਹੈ। ਦੁੱਖ ਵੀ ਕਈ ਵਾਰ ਦਾਰੂ ਬਣਦਾ ਹੈ, ਸੁੱਖ ਜਿਹੜਾ ਹੈ ਰੋਗ ਵੀ ਹੋ ਜਾਂਦਾ ਹੈ। ਵਾਸਤਵਿਕ ਦੇ ਵਿੱਚ ਦੁੱਖ ਦਾਰੂ ਹੈ, ਕਸ਼ਟ ਸੰਸਾਰ ਦੇ ਵਿੱਚ ਦਾਰੂ ਹਨ, ਪਰੇਸ਼ਾਨੀਆਂ ਸੰਸਾਰ ਦੇ ਵਿੱਚ ਦਾਰੂ ਹਨ। ਦਾਰੂ ਸਮਝ ਕੇ, ਪ੍ਰਸ਼ਾਦ ਸਮਝ ਕੇ ਪਰਮਾਤਮਾ ਦਾ ਆਪਣੇ ਝੋਲੇ 'ਚ ਪਵਾ ਲਈ। ਦੁੱਖ ਹੈ, ਕਸ਼ਟ ਹੈ, ਤੇਰਾ ਪ੍ਰਸ਼ਾਦ। ਉਸ ਭਗਤ ਨੇ ਵੀ ਸ਼ਾਇਦ ਪ੍ਰਸਾਦ ਸਮਝ ਕੇ ਵੀ ਕ੍ਰਿਸ਼ਨ ਜੀ ਗਏ ਤੇ ਮੇਰੀ ਗਾਂ ਮਾਰ ਕੇ, ਜੇ ਪ੍ਰਸਾਦ ਸਮਝਿਆ ਹੋਇਆ ਤੇ ਹੋਰ ਪ੍ਰੀਤ ਲੱਗ ਜਾਣੀ। ਜੇ ਕਹਿ ਤੱਕ ਰੁੱਬੀ ਹੋ ਗਈ ਤੇ ਹੋਰ ਦੂਰ ਚਲੇ ਜਾ। ਪ੍ਰਸ਼ਾਦ ਹੈ। ਆਪਣੇ ਨਾਲ ਕੋਈ ਐਸੀ ਘਟਨਾ ਘਟੀ ਹੋ, ਕੋਈ ਮਹਾਂਪੁਰਸ਼ ਨੂੰ ਆਪਾਂ ਘਰੇ ਸੱਦੀ, ਬੜੀ ਆਓ ਭਗਤ ਕਰੀਏ, ਜਾਂਦੇ ਜਾਂਦੇ ਕੋਈ ਨੁਕਸਾਨ ਕਰ ਦੇਵੇ, ਨੁਕਸਾਨ ਹੋ ਜਾਵੇ, ਤੇ ਆਪਾਂ ਕਦੇ ਵੀ ਉਹਦੇ ਕੋਲ ਨਾ ਜਾਵਾਂਗੇ ਵੀ ਉਹਨਾਂ ਨੂੰ ਪੁੱਛਿਆ ਸੀ, ਉਹਨਾਂ ਨੂੰ ਘਰੇ ਬੁਲਾਇਆ ਸੀ, ਸੇਵਾ ਕੀਤੀ ਸੀ, ਹੋ ਗਿਆ ਸਾਡਾ ਨੁਕਸਾਨ। ਅਸੀਂ ਤੇ ਆਓ ਭਗਤ ਇਸੇ ਕਰਕੇ ਕਰਦੇ ਵੀ ਫਾਇਦਾ ਹੋਵੇ, ਤਰੱਕੀ ਹੋਵੇ, ਵੀ ਹੱਦ ਹੋਊਗੀ, ਵੀ ਇੰਨੇ ਉਹਨਾਂ ਦੇ ਦਰਸ਼ਨ ਕੀਤੇ, ਉਹਨਾਂ ਦੀ ਸੇਵਾ ਕੀਤੀ, ਉਹਨਾਂ ਦੀ ਸੰਗਤ ਕੀਤੀ, ਤੇ ਲਾਭ ਤੇ ਕੋਈ ਹੋਇਆ ਨਹੀਂ, ਨੁਕਸਾਨ ਹੀ ਹੋ ਰਿਹਾ, ਫਾਇਦਾ ਕੀ ਹੋਇਆ? ਆਪਾਂ ਫਾਇਦੇ ਦੀ ਭਾਸ਼ਾ ਸੰਸਾਰ ਦੀ ਭਾਸ਼ਾ ਹੈ, ਜੋ ਆਪਾਂ ਸੋਚਦੇ ਹਨ, ਸਾਰੀ ਭਾਸ਼ਾ ਧਾਰਮਿਕ ਨਹੀਂ ਹੈ।
ਚੱਲ ਤੇ ਆਪਾਂ ਧਰਮ ਦੇ ਮਾਰਗ 'ਚ ਰਹੇ, ਪਰ ਭਾਸ਼ਾ ਆਪਣੀ ਸੰਸਾਰੀ। ਆਪਾਂ ਸੰਸਾਰ ਦੇ ਢੰਗ ਦੇ ਨਾਲ ਹੀ ਸੋਚਦੇ ਹਾਂ। ਪੈਦਾ ਹੋਵੇ ਤੇ ਠੀਕ ਹੈ, ਤਰੱਕੀ ਹੋਵੇ ਤੇ ਬਿਲਕੁਲ ਠੀਕ, ਲਾਭ ਹੋਵੇ ਤੇ ਬਿਲਕੁਲ ਠੀਕ। ਚਲੋ ਇਹ ਤੇ ਮੋਟੀਆਂ ਗੱਲਾਂ ਆਪਾਂ ਨੂੰ ਸਮਝ ਵਿੱਚ ਆ ਜਾਂਦੀਆਂ ਹਨ, ਇਹ ਵੀ ਨਹੀਂ ਆਉਂਦੀਆਂ ਹਨ। ਵੈਸੇ ਤੇ ਆਪਾਂ ਇਉਂ ਹੀ ਸੋਚਦੇ ਹਾਂ। ਆਮ ਗ੍ਰਸਤੀ ਲੋਕ, ਜਿਵੇਂ ਕੋਈ ਬੱਚਾ ਜਾ ਰਿਹਾ ਹੈ, ਉਹਨਾਂ ਦਾ ਕਿਸੇ ਸੰਤ ਕੋਲ, ਮਹਾਤਮਾ ਕੋਲ ਸਾਧਨਾ ਕਰਨ ਵਾਸਤੇ ਪੁੱਛ ਲੈਂਦੇ ਆ, ਬੱਚਾ ਕੀ ਦਿੰਦੇ ਆ, ਕੀ ਮਿਲਿਆ ਤੈਨੂੰ, ਕਾਰੋਬਾਰ 'ਚ ਤਰੱਕੀ ਹੋਈ, ਤੂੰ ਉੱਥੇ ਜਾਣਾ ਹੈ, ਮਿਲਦਾ ਕੀ ਹੈ ਤੈਨੂੰ, ਪ੍ਰਾਪਤ ਕੀ ਹੁੰਦਾ, ਧਨ ਵਧਿਆ, ਪੈਸਾ ਵਧਿਆ। ਜੇ ਵਧਿਆ ਤੇ ਫਿਰ ਠੀਕ ਹੈ, ਫਿਰ ਤੂੰ ਹੋਰ ਜਾਇਆ ਕਰ। ਜੇ ਘਟਿਆ ਤੇ ਕੁਛ ਵੀ ਨਹੀਂ। ਉਹਨਾਂ ਸੰਤਾਂ ਕੋਲ ਕੁਝ ਵੀ ਨਹੀਂ ਹੈ, ਤੂੰ ਤੇ ਅੱਗੇ ਨਾਲੋਂ ਜਾਂਦਾ ਗੁਜ਼ਰਿਆ ਲੱਗਾ, ਫਾਇਦਾ ਕੀ। ਇਸ ਤੋਂ ਅੱਗੇ ਹੋਰ ਵੀ ਗਹਿਰੀ ਦ੍ਰਿਸ਼ਟੀ ਹੈ, ਉਹ ਸ਼ਾਇਦ ਆਪਾਂ ਨੂੰ ਸਮਝਣੀ ਕਠਿਨ ਲੱਗੇ। ਸਾਧਕ ਜਦੋਂ ਸਾਧਨਾ ਦੇ ਮਾਰਗ ਤੇ ਚੱਲਦਾ ਹੈ ਨਾ, ਅੰਤਰਮੁਖ ਹੁੰਦਾ ਹੈ ਧਿਆਨ ਦੇ ਵਿੱਚ, ਉਦੋਂ ਵੀ ਸੰਸਾਰੀ ਭਾਸ਼ਾ ਦੁਆਰਾ ਹੀ ਸੋਚਦਾ ਹੈ। ਜੇ ਧਿਆਨ ਚੰਗਾ ਲੱਗਾ, ਮਜ਼ਾ ਆਇਆ, ਤੇ ਸੋਚਦਾ ਹੈ ਬੱਲੇ ਬੱਲੇ ਅੱਜ ਤੇ ਬੜੀ ਕਿਰਪਾ ਹੋ ਗਈ। ਉੱਥੇ ਵੀ ਸੰਸਾਰੀ ਭਾਸ਼ਾ। ਜੇ ਨਹੀਂ ਮਜ਼ਾ ਆਇਆ, ਆ ਲੈ ਅੱਜ ਤੇ ਕੁਝ ਨਹੀਂ ਹੋਇਆ। ਮਜ਼ਾ ਆਉਣਾ ਚਾਹੀਦਾ ਹੈ। ਉੱਥੇ ਵੀ ਸੰਸਾਰੀ ਭਾਸ਼ਾ ਪਾਸੋਂ ਉਹੋ ਸੁੱਖ, ਬਾਹਰ ਸੰਸਾਰ ਦੇ ਵਿੱਚ ਉਹੋ ਹੀ ਸੁੱਖ ਨੂੰ ਲੋੜਦੇ ਆ। ਧਾਰਮਿਕ ਜਗਤ ਦੇ ਵਿੱਚ, ਸਾਧਨਾ ਦੇ ਵਿੱਚ ਖੇੜਾ ਆਇਆ, ਬੈਠੇ, ਰੁਚੀ, ਮਨ ਲੱਗਾ ਤੇ ਕਹਿ ਦਿੰਦੇ ਆ ਬਣ। ਜੇ ਨਾ ਮਨ ਲੱਗਾ, ਉਤੇਜਿਤ ਹੋਇਆ, ਪਰੇਸ਼ਾਨ ਹੋਇਆ, ਚਿੰਤਾਗ੍ਰਸਤ ਹੋਇਆ, ਤੇ ਕਹਿੰਦੇ ਕੁਛ ਵੀ ਨਹੀਂ। ਇਹਦੇ ਵਿੱਚ ਨਹੀਂ ਦੇਖ ਪਾਉਂਦੇ ਵੀ ਇਹ ਵੀ ਪ੍ਰਮਾਤਮਾ ਦੀ ਕਿਰਪਾ ਹੈ। ਜੇ ਪਰੇਸ਼ਾਨ ਹੋ ਰਿਹਾ ਹੈ, ਉਤੇਜਿਤ ਹੋ ਰਿਹਾ ਹੈ, ਜੋ ਵੀ ਹੋ ਰਿਹਾ ਹੈ, ਉਹ ਵੀ ਪ੍ਰਮਾਤਮਾ ਦੀ ਕਿਰਪਾ ਹੈ। ਇਸ ਪੱਖ ਦੇ ਵਿੱਚ ਵੀ ਆਪਾਂ ਸੰਸਾਰ ਦੀ ਭਾਸ਼ਾ ਵਰਤਦੇ, ਫਾਇਦਾ ਹੋਏ। ਕਈ ਕਹਿੰਦੇ ਨੇ ਮੇਰਾ ਧਿਆਨ ਬੜਾ ਗਹਿਰਾ ਗਿਆ, ਬੜੀ ਪ੍ਰਮਾਤਮਾ ਦੀ ਕਿਰਪਾ। ਜਿਹਦਾ ਗਹਿਰਾ ਨਾ ਗਿਆ, ਉਹਦੇ ਪ੍ਰਮਾਤਮਾ ਦੀ ਕਿਰਪਾ ਨਹੀਂ। ਜ਼ਰੂਰੀ ਨਹੀਂ ਹੈ, ਹੋ ਸਕਦਾ ਜਿਹਦਾ ਗਹਿਰਾ ਨਾ ਗਿਆ ਹੋਵੇ, ਪ੍ਰਮਾਤਮਾ ਦੀ ਕਿਰਪਾ ਜ਼ਿਆਦਾ ਹੋਵੇ। ਕੀ ਪੱਕਾ ਹੈ? ਕੋਈ ਜ਼ਰੂਰੀ ਨਹੀਂ ਹੈ ਵੀ ਧਿਆਨ ਗਹਿਰਾ ਨਹੀਂ ਗਿਆ ਹੈ ਤੇ ਪ੍ਰਮਾਤਮਾ ਦੀ ਕਿਰਪਾ ਨਾ ਹੋ। ਪ੍ਰਮਾਤਮਾ ਦੀ ਕਿਰਪਾ ਕਿਹਦੇ ਤੇ ਹੈ, ਨਹੀਂ ਕਿਹਾ ਜਾ ਸਕਦਾ। ਕਈ ਵਾਰ ਅਗਿਆਨੀ ਤੇ ਜ਼ਿਆਦਾ ਹੋ ਜਾਂਦੀ ਹੈ ਗਿਆਨੀ ਨਾਲ, ਕਈ ਵਾਰ ਸਮਝਦਾਰ ਨਾਲੋਂ ਬੇਸਮਝ ਤੇ ਜ਼ਿਆਦਾ ਹੋ ਜਾਂਦੀ। ਕਈ ਵਾਰ ਜਿਹੜਾ ਅੱਗੇ ਗਿਆ ਸੋਚਦਾ ਮੈਂ ਬਹੁਤ ਅੱਗੇ ਚਲੇ ਗਿਆ, ਉਹਦੇ ਨਾਲੋਂ ਪਿੱਛੇ ਰਹੇ ਤੇ ਜ਼ਿਆਦਾ ਹੋ ਜਾਂਦੀ। ਕਿਉਂਕਿ ਪਿੱਛੇ ਵਾਲਾ ਤੇ ਕੋਈ ਆਕੜ ਹੈ ਨਹੀਂ, ਉਹ ਪਿੱਛੇ ਹੀ ਖੜਾ। ਹੰਕਾਰ ਹੈ ਹੀ ਨਹੀਂ, ਮੈਨੂੰ ਕੁਝ ਪਤਾ ਹੀ ਨਹੀਂ, ਮੈਂ ਗਿਆਨੀ। ਉੱਤੇ ਕਿਰਪਾ ਜ਼ਿਆਦਾ ਹੀ ਹੋ ਜਾਂਦੀ ਹੈ। ਆਪਾਂ ਜਦੋਂ ਧਾਰਮਿਕ ਜਗਤ ਦੇ ਵਿੱਚ, ਸਾਧਨਾ ਦੇ ਵਿੱਚ ਲੱਗਦੇ ਹਾਂ, ਕਿਉਂਕਿ ਆਪਣਾ ਮਨ ਸੰਸਾਰ ਦੇ ਵਿੱਚ ਬਣਿਆ ਹੋਣ ਕਰਕੇ ਆਪਾਂ ਸੰਸਾਰੀ ਭਾਸ਼ਾ ਹੀ ਵਰਤਦੇ। ਸਵਾਦ ਆਇਆ, ਰਸ ਆਇਆ, ਖੇੜਾ ਆਇਆ, ਮਜ਼ਾ ਆਇਆ ਤੇ ਬੜਾ ਵਧੀਆ, ਨਹੀਂ ਮਜ਼ਾ ਆਇਆ ਤੇ ਕੁਝ ਨਹੀਂ। ਆਪਾਂ ਉਹੋ ਹੀ ਰਸ, ਸਵਾਦ, ਮਜ਼ਾ ਲੈਣ ਵਾਸਤੇ ਸੰਸਾਰ 'ਚ ਜਾਂਦੇ ਹਾਂ, ਉਹੋ ਹੀ ਰਸ, ਸਵਾਦ ਲੈਣ ਵਾਸਤੇ ਧਾਰਮਿਕ ਜਗਤ 'ਚ ਵੜਦੇ। ਚਾਹਤ ਆਪਣੀ ਉਹੋ ਹੀ, ਚਾਹਤ ਨਹੀਂ ਬਦਲੀ। ਕਾਮਨਾ ਆਪਣੀ ਉਹੋ ਹੀ, ਭਾਸ਼ਾ ਆਪਣੀ ਸੰਸਾਰੀ। ਆਪਾਂ ਇੱਥੇ ਵੀ ਭਾਸ਼ਾ ਆਪਣੀ ਛੱਡਦੇ ਨਹੀਂ ਹਾਂ। ਆਪਾਂ ਹਰ ਵਕਤ ਹੀ ਆਪਣੇ ਢੰਗ ਦੇ ਨਾਲ ਹੀ ਸੋਚਦੇ,
ਉਹ ਜਿਹੜੀ ਮੈਂ ਪਹਿਲਾਂ ਗੱਲ ਕਹੀ ਨਾ, ਆਪਾਂ ਆਪਣੇ ਲੈਵਲ ਦੀ ਗੱਲ ਹੀ ਸਮਝਦੇ। ਉੱਥੇ ਕੀ ਆਪਣੀ ਦ੍ਰਿਸ਼ਟੀ ਹੈ, ਸੋਚ ਹੈ। ਆਪਾਂ ਸੋਚਦੇ ਹਾਂ ਆਪਣੇ ਢੰਗ ਦੇ ਨਾਲ। ਜ਼ਰੂਰੀ ਨਹੀਂ ਹੈ, ਪਰਮਾਤਮਾ ਕੋਈ ਦੂਰ ਨਹੀਂ ਹੈ, ਪਰਮਾਤਮਾ ਗਵਾਇਆ ਹੋਇਆ ਨਹੀਂ। ਐਸਾ ਨਹੀਂ ਹੈ ਕਿ ਕਿਸੇ ਦਾ ਧਿਆਨ ਘੱਟ ਲੱਗ ਰਿਹਾ ਤੇ ਉਹਨੂੰ ਨਹੀਂ ਮਿਲੇਗਾ। ਇੱਕ ਛਿਨ ਦੇ ਵਿੱਚ ਵੀ ਮਿਲ ਸਕਦਾ। ਅੰਦਰ ਭਾਵਨਾ ਹੋਣੀ ਚਾਹੀਦੀ। ਅਗਰ ਭਗਤੀ ਦੇ ਮਾਰਗ ਤੇ ਚੱਲ ਰਹੇ ਹਨ ਆਪਾਂ, ਫਿਰ ਭਾਵਨਾ। ਭਾਉ ਭਗਤ ਕਰ ਨੀਚ ਸਦਾਏ, ਤਉ ਨਾਨਕ ਮੋਖ ਅੰਤਰ ਪਾਏ। ਫਿਰ ਕੋਈ ਜੁਗਤੀਆਂ ਉਗਤੀਆਂ ਦੀ ਲੋੜ ਨਹੀਂ, ਬਾਹਰੀ ਗਿਆਨ ਦੀ ਲੋੜ ਨਹੀਂ। ਭਾਵਨਾ, ਜਿਹਨੂੰ ਪ੍ਰੇਮ ਕਹਿੰਦੇ ਹਨ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਏ। ਤੇ ਪ੍ਰੇਮੀ ਚ ਆਕੜ ਨਹੀਂ ਹੁੰਦੀ, ਹੰਕਾਰ ਨਹੀਂ ਹੁੰਦਾ, ਵਿਨਮਰ ਹੁੰਦਾ। ਹੋਰ ਵਿਨਮਰ ਹੋ ਜਾਂਦਾ ਹੈ, ਹੋਰ ਵਿਨਮਰ ਹੋ ਜਾਂਦਾ ਹੈ। ਬਸ ਉਹ ਕਹਿੰਦਾ ਮੈਂ ਹੈ ਹੀ ਨਹੀਂ, ਤੂੰ ਹੀ ਤੂੰ, मैं नाही प्रभ सब कुछ तू है। तू तू करता तू हुआ, मुझ में रहा ना हूं। जब आपा पर का मिट गया, जत देखो तत तू। मैं नहीं हूं, मैं नाही किछ हाउ नाही, किछ आहे ना मोरा। है ही नहीं। जो कुछ भी मिल रहा है ਉਹਦਾ ਸ਼ੁਕਰਾਨਾ ਧੰਨਵਾਦ है। रस मिल रहा है कि बेरसी मिल रही है, खुशी मिल रही है कि गमी मिल रही है, सुख मिल रहा है कि दुख मिल रहा है, मान मिलता है कि अपमान मिलता है, कारोबार च तरक्की मिलती है कि नहीं मिलती, कारोबार चल रहा कि नहीं चल रहा। ਜਿਹੜਾ ਕਿਸੇ ਵੀ ਪੱਖ ਦੇ ਵਿੱਚ ਕੁਝ ਵੀ ਨਿਰਣਾ ਨਹੀਂ ਲੈਂਦਾ ਕਿ ਕਿਰਪਾ ਹੋ ਰਹੀ ਹੈ ਕਿ ਨਹੀਂ ਕਿਰਪਾ ਹੋ ਰਹੀ। ਸਭ ਕੁਝ ਜੋ ਹੋ ਰਿਹਾ ਹੈ ਉਹ ਪਰਮਾਤਮਾ ਹੀ ਹੋ ਰਿਹਾ ਹੈ, ਉਹ ਹੀ ਕਰ ਰਿਹਾ ਹੈ। ਮੇਰਾ ਕੰਮ ਤੇ ਤੇਰਾ ਕੰਮ ਨਹੀਂ, ਸਾਰੇ ਹੀ ਕੰਮ ਦੇ ਪਿੱਛੇ ਵੀ ਉਹ ਖੜਾ ਹੈ, ਕਰਨ वाले दे पिछे भी वो खड़ा है, सोचन वाले दे पिछे भी वो खड़ा है। जो भी आप सोच रहे हैं वो पिछे भी वही खड़ा है ही वो। ऐसा नहीं है कि संतां के कारज आप खलोवा कि संतां दे कारज, जिहड़ा संत है जानदा सारियां दे कारज ही परमात्मा कर रहा है। संत दा कारज नहीं, सारियां दे ही कर रहा है परमात्मा। परमात्मा तो बगैर तो है ही कोई, दूजा कौन करेगा। जे ये भी आपां कहने ये भी गलत हो जाता भी परमात्मा कर रहा है। सब परमात्मा ही है। जिवें आपां पढ़दे हैं ना आरती च, सहस पद बिमल नन्ना, एक पद गंध पिन, सहस पद गंध इव चलत मोह, सब में जोत जोत। कहते हज़ारां ही पैर परमात्मा, हज़ारां ही अखां परमात्मा दी, करोड़ां ही हथ परमात्मा दे। परमात्मा ही कर रहा, परमात्मा ही चल रहा, परमात्मा ही हथां नाल कर रहा, परमात्मा ही देख रहे, परमात्मा ही सुन रहा, परमात्मा ही बोल रहे। परमात्मा दा धन्नवाद हर वक्त, शुकराना। कुछ भी होवे कदे नहीं भुलना। अगर परमात्मा दा प्यार आपां नूं चाहीदा है तां। जे मैं मेरी नूं विच लाए फिर नहीं। हर वक्त मैं नाही किछ हो नाही, किछ आहे न मोह। अवसर लज्जा राख ले सदना दिन।
ਗੁਰੂ ਸਾਹਿਬ ਜੀ ਤੇ ਇੱਥੋਂ ਤੱਕ ਕਹਿੰਦੇ ਹਨ, ਕਮਾਲ ਦੀ ਗੱਲ ਕਹੀ ਹੋਈ ਹੈ, ਸਿੱਖ ਰੋਜ਼ ਹੀ ਪਾਠ ਕਰਦੇ ਕਦੇ ਨਹੀਂ ਸਮਝਦੇ ਹਨ ਇਸ ਵਿਚਾਰ ਨੂੰ। ਤੂੰ ਕਰਤਾ ਕਰਣਾ ਮੈਂ ਨਾਹੀਂ, ਜੇ ਹਉ ਕਰੀ ਨਾ ਹੋਏ। ਰੋਜ਼ ਹੀ ਪਾਠ ਕਰਦੇ ਹਨ, ਕਦੇ ਨਹੀਂ ਸਮਝਦੇ ਇਸ ਵਿਚਾਰ। ਬੜੀ ਉੱਤਮ ਵਿਚਾਰ। ਕਹਿੰਦੇ ਤੂੰ ਕਰਤਾ ਕਰਣਾ ਮੈਂ ਨਾਹੀਂ, ਮੈਂ ਨਹੀਂ, ਜੇ ਹਉ ਕਰੀ ਨਾ ਹੋਈ। ਜੇ ਮੈਂ ਕਰਾਂ ਵੀ ਤਾਂ ਵੀ ਨਹੀਂ ਹੁੰਦਾ, ਹੋ ਹੀ ਨਹੀਂ ਸਕਦਾ। ਜੇ ਹਉ ਕਰੀ ਨਾ ਹੋਈ, ਬਲਿਹਾਰੀ ਕੁਦਰਤ ਵਸੇ, ਤੇਰਾ ਅੰਤ ਨਾ ਜਾਏ। ਜੇ ਹਉ ਕਰੀ ਨਾ ਹੋਈ, ਕਹਿੰਦੇ ਜੇ ਮੈਂ ਕਰਾਂ ਵੀ ਤਾਂ ਵੀ ਨਹੀਂ ਹੋ ਸਕਦਾ, ਹੁੰਦਾ ਹੀ ਨਹੀਂ। ਇੱਥੇ ਆਪਾਂ ਕਹਿੰਦੇ ਮੈਂ ਕਰਨ ਵਾਲਾ, ਮੈਂ ਕਰਦਾ। ਉੱਥੇ ਗੁਰੂ ਸਾਹਿਬ ਜੀ ਕਹਿੰਦੇ ਜੇ ਮੈਂ ਕਰਾਂ ਵੀ ਨਾ ਤਾਂ ਵੀ ਨਹੀਂ ਹੁੰਦਾ। ਹੱਦ ਹੋ। ਇੰਨਾ ਕੁਝ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ, ਤਾਂ ਵੀ ਉਹ ਕਹਿ ਰਹੇ ਵੀ ਮੈਂ ਜੇ ਕਰਾਂ ਵੀ ਤਾਂ ਵੀ ਨਹੀਂ ਹੁੰਦਾ। ਤੂੰ ਹੀ ਕਰ ਰਿਹਾ, ਮੈਂ ਨਾ ਹੀ। ਤੂੰ ਕਰਤਾ ਕਰਨ ਮੈਂ ਨਾ, ਜੇ ਹਉ ਕਰੀ ਨਾ ਹੋਏ। ਨਹੀਂ ਹੁੰਦਾ। ਜਿਹੜਾ ਵਾਸਤਵਿਕ ਜਾਣਦਾ ਹੈ, ਜਾਣਦਾ ਕੀ ਹੈ, ਜਾਣਨਾ ਕੀ ਹੈ। ਦਰਅਸਲ ਜਦੋਂ ਆਪਾਂ ਕੋਈ ਵੀ ਵਿਚਾਰ ਕਰਦੇ ਹਾਂ, ਦੋ ਹਿੱਸਿਆਂ ਦੇ ਵਿੱਚ ਤੋੜਨੀ ਪੈਂਦੀ ਹੈ ਤਾਂ ਹੀ ਵਿਚਾਰ ਸਦਾ ਹੀ ਦਵੈਤ ਦੇ ਵਿੱਚ ਹੋ ਸਕਦੀ ਹੈ। ਅਦਵੈਤ ਦੀ ਕਦੇ ਵੀ ਵਿਚਾਰ ਨਹੀਂ ਹੁੰਦੀ, ਹੋ ਨਹੀਂ ਸਕਦੀ। ਤੇ ਜਦੋਂ ਆਪਾਂ ਵਿਚਾਰਦੇ ਹਾਂ ਜਾਂ ਗੁਰਬਾਣੀ ਲਿਖੀ ਹੋਈ, ਉਪਦੇਸ਼ ਲਿਖਿਆ ਹੋਇਆ, ਤਾਂ ਦਵੈਤ ਦੇ ਵਿੱਚ ਉਪਦੇਸ਼ ਲਿਖਿਆ ਜਾਂਦਾ ਹੈ, ਉਪਦੇਸ਼ ਦਿੱਤਾ ਜਾਂਦਾ ਹੈ, ਤੇ ਆਪਾਂ ਦਵੈਤ ਦੀ ਭਾਸ਼ਾ ਨੂੰ ਸਮਝ ਲੈਂਦੇ। ਅਦਵੈਤ ਨੂੰ ਨਹੀਂ ਆਪਾਂ, ਦਵੈਤ ਦੇ ਵਿੱਚ ਅਦਵੈਤ ਨੂੰ ਨਹੀਂ ਆਪਾਂ ਸਮਝਦੇ। ਬਸ ਉਹਨੂੰ ਸਮਝਣਾ ਬੜਾ ਕਠਿਨ ਹੈ, ਕਿਉਂਕਿ ਸਭ ਕੁਝ ਹੀ ਦਵੈਤ ਦੇ ਵਿੱਚ ਹੈ। ਉਪਦੇਸ਼ ਵੀ ਦਵੈਤ ਤੋਂ ਬਗੈਰ ਨਹੀਂ ਦਿੱਤਾ ਜਾਂਦਾ, ਕਿਹਾ ਨਹੀਂ ਜਾ ਸਕਦਾ ਕੁਝ। ਤੇ ਜਿਹੜਾ ਸੁਣਨ ਵਾਲਾ ਹੈ, ਅਗਰ ਉਸ ਦਵੈਤ ਦੇ ਵਿੱਚੋਂ ਅਦਵੈਤ ਨੂੰ ਸੁਣ ਲਵੇ, ਉਹ ਵਾਸਤਵਿਕ ਸਰੋਤਾ ਹੈ। ਜਿਹਨੂੰ ਕਿਹਾ ਜਾਂਦਾ ਨਾ, ਜੇ ਮੈਂ ਹਉ ਕਰੀ ਨਾ ਹੋਈ, ਮੈਂ ਜੇ ਕਰਾਂ ਤਾਂ ਵੀ ਨਹੀਂ ਹੁੰਦਾ, ਮੈਂ ਕਰ ਨਹੀਂ ਸਕਦਾ, ਤੂੰ ਹੀ ਕਰ ਰਿਹਾ। ਇੱਥੇ ਵੀ ਦਵੈਤ ਹੀ। ਮੈਂ ਸੋਚ ਰਿਹਾ ਹਾਂ, ਮੈਂ ਸਮਝ ਰਿਹਾ, ਇੱਥੇ ਵੀ ਦਵੈਤ ਹੈ। ਤੂੰ ਹੀ ਕਰ ਰਿਹਾ ਹੈ, ਮੈਂ ਨਹੀਂ ਕਰਨ ਵਾਲਾ। ਤੂੰ ਹੀ ਸੋਚ ਰਿਹਾ ਹਾਂ, ਮੈਂ ਨਹੀਂ ਸੋਚਣ ਵਾਲਾ। ਤੂੰ ਹੀ ਵਿਚਾਰ ਰਿਹਾ ਹੈ, ਮੈਂ ਨਹੀਂ ਵਿਚਾਰਨ ਵਾਲਾ। ਤੂੰ ਹੀ ਸੁਣਨ ਵਾਲਾ ਹੈ, ਮੈਂ ਨਹੀਂ ਸੁਣ ਰਿਹਾ। ਇੱਥੇ ਵੀ ਦਵੈਤ ਹੀ ਹੈ। ਪਰਮਾਤਮਾ ਹੀ ਕਰ ਰਿਹਾ ਹੈ, ਇੱਥੇ ਵੀ ਦਵੈਤ ਹੈ ਹੀ, ਇੱਕੋ ਹੀ ਹੈ, ਦੂਜਾ ਹੈ ਨਹੀਂ, ਇੱਕੋ ਹੀ ਹੈ। ਜਿਵੇਂ ਆਪਾਂ ਇਹਨੂੰ ਸਮਝ ਲਈਏ, ਬਿਜਲੀ ਹੈ, ਬਿਜਲੀ ਦੇ ਨਾਲ ਬਹੁਤ ਸਾਰੇ ਛੋਟੇ ਛੋਟੇ ਯੰਤਰ ਬਣਾ ਦਿੱਤੇ, ਖਿਡੌਣੇ ਬਣਾ ਦਿੱਤੇ, ਜਿਵੇਂ ਕਠਪੁਤਲੀਆਂ ਹਨ, ਏਦਾਂ ਬਣਾ ਦਿੱਤੇ। ਅਜੋਕੇ ਸਮੇਂ 'ਚ ਬਣ ਰਹੇ ਹਨ, ਜਿਹੜੇ ਕੰਮ ਵੀ ਕਰਦੇ ਯੰਤਰ, ਲਹਿਦਾ ਕੰਮ ਕਰ ਰਹੇ ਹਨ। ਕਿਸੇ ਨੂੰ ਕੋਈ ਕੰਮ ਦੇ ਦਿੱਤਾ, ਕਿਸੇ ਨੂੰ ਕੋਈ ਰਸੋਈ ਦਾ ਕੰਮ ਦੇ ਦਿੱਤਾ, ਕਿਸੇ ਨੂੰ ਘਰ ਦਾ ਕੰਮ, ਕਿਸੇ ਨੂੰ ਬਾਹਰ ਦਾ, ਕਿਸੇ ਨੂੰ ਫੈਕਟਰੀ ਦਾ। ਚੱਲ ਇੱਕੋ ਬਿਜਲੀ ਨਾ ਰਹੇ, ਇੱਕੋ ਹੀ ਬਿਜਲੀ, ਦੂਜੀ ਨਹੀਂ ਹੈ ਬਿਜਲੀ। ਜੇ ਕੋਈ ਉਹ ਕਠਪੁਤਲੀ ਵਾਲਾ ਯੰਤਰ ਕਹਿ ਦੇਵੇ ਕਿ ਮੈਂ ਦੇਖੋ ਕਿੰਨਾ ਰਸੋਈ ਦਾ, ਘਰ ਦਾ ਕੰਮ ਕਰਦਾ, ਆ ਜਿਹੜਾ ਬਾਹਰ ਗਿਆ ਹੋਇਆ ਕੁਝ ਵੀ ਨਹੀਂ ਕਰਦਾ,
मैं करन वाला, मैं किन्ना धंधा करता, मैं किन्ना कारोबार कर। आ जिहड़ा बाहर दा काम करदा ते कुछ भी नहीं करदा। उन्होंने ये नहीं पता है भी चलाउण वाली ते पिछे बिजली है, ऑफ हो जाए तो तुसीं दोवें काम नहीं कर सकते। जिहड़े काम चल रहे हैं उहदे नाल चल रहे हैं, तुसीं नहीं हो, ओहो ही है, उहदा करके ही हो रहा है। उस तो बगैर हो नहीं सकता कुछ। सब में जोत जोत है सोए, वो एको ही जोत है, तिसदे चानण सब में चानण हो, वख वख नहीं, इको ही है। तो जदों आपां कदे भी ये दरअसल जदों उपदेश आपां सुनते हैं, गुरबाणी का उपदेश है या किसी महापुरुष का, वो हर प्राणी मात्र वास्ते हुंदा है। जेड़ा पहले पहल कर्मां दे विच लगा होया उस प्राणी वास्ते भी, जेड़ा धर्म दे विच लगा होया उस मार्ग दे वाले वास्ते भी, उपासना वाले वास्ते भी, ज्ञान कांड वाले वास्ते, वो हर वास्ते ही दिता जाता है। इस करके गुरबाणी च बहुत सारे ऐसे उपदेश हैं जिन्होंने अपन समझते नहीं हैं, तो बहुत सारे ऐसे हैं जिन्होंने अपन चंगी तरह समझते हैं। वो आम प्राणियों वास्ते है, उन्होंने दिते हुए, उन्होंने कहा गया तुसी करोगे तां ही कुछ हो, करन तो बगैर होना, करन तो बगैर तो कुछ भी नहीं हो नहीं सकता। करो, उद्यम करो, चिंतन करो, सिमरन करो, याद करो, अगे बढ़ो। जे तुसी संसार दे विच हर काम द्वारा परमात्मा नूं चेते करोगे ना, तो काम बहुत चलू, तुहाडा कारोबार च तरक्की हो। दुनियावी लोकां वास्ते कोई भी कारोबार करो, रब नूं चेते करो, पाठ करो, कारोबार वधिया हो। कोई काम करन लगे परमात्मा नूं चेते, तो चेते भी इसे करके करते हैं, कारोबार च तरक्की हो, काम चंगा चले। मान मांगो तान मांगो, धन लक्ष्मी सुत दे, मान दे तान दे, धन दे, लक्ष्मी दे, सुत दे। ऐसिया चीजें वो जड़ा कृष्ण जी गए ना पहले भगत को, ऐसे भगत, उन्होंने वास्ते भी बहुत सारे उपदेश हैं। पर अगे आपां जिवें जिवें वधांगे तिवें तिवें आपां नूं पता लगूगा। पर हर प्राणी मात्र वास्ते उपदेश है। हर प्राणी मात्र ही अपने अपने जड़ी जड़ी जगह ते खड़ा है उतों ही चल सकता है। ऐसा नहीं है कि कोई पहले पौधे ते खड़ा है, कोई 10वें पौधे ते, कोई 20वें ते, तो जड़ा पहले ते खड़ा है वह भी 20वें तो चलना शुरू कर दो। नहीं, चलना पहले तो। जड़ा कर्मां दे विच प्रवृत्त है वह कर्मां दे विच ही प्रवृत्त रह के चल सकता है। ते कई बार कर्मां दे विच प्रवृत्त रहिंदे रहिंदे ही उन्हां नूं ज्ञान हो जाता, ध्यान हो जाता। जरूरी नहीं है उतों ही वो छलांग लै सकते, उतों ही वो पहुंच जाते, पर चलना उतों ही है जिते आपां खड़े। ते जो कुछ भी हो रहा है परमात्मा कर रहा है, किस ढंग दे नाल कर रहा है, किवें करदा है। जदों आपां ये भी सोचते हाँ भी जो कुछ कर रहा है परमात्मा कर रहा है, ये जिहड़ी सोच है पिछों आई हुई, ये भी वही सोच कर रहा है। भी सोच भी किवें आपां सकते हैं।
ये गल भी किवें आपां कह सकदे। आपां इउं समझ लईए भी आपां जो कुछ भी सोचते विचारते हैं, अपनी सोच विचार तो पहला पिछों वो आ रही है। आपां मैं कह देना हाँ आपां, पर जो सोच विचार हो रही है वो ते पिछे कोई दूजा नहीं है। तते गुरु साहिब जी कहते ना, सोचै सोच ना हो गई जे सोची लख बार, चुपै चुप ना हो गई जे लाए रहा लुका, भुखिया भुख ना उतरे जे बन्ना बदे, सहस सियाणपा लख हो तां एक ना चले ना। कि सचियारा होई कि कूड़े टुटै पाल, हुक्म रजाई चलना नानक लिखिया। यह उपदेश आखिरी है उपलब्धि का है, उच्चारण किया होया पहला। इस उपदेश नूं, इस पहली पौड़ी नूं समझना बहुत औखा है। जे कोई गुरसिख समझ लवे तो करनों कुछ भी नहीं बचता, बच सकता नहीं। सिख ही नहीं बच सकता तो करना किन्ने। सिख सदा ही पढ़ते हैं, पर यह पहली पौड़ी नूं समझना बहुत कठिन है। हुक्म रजाई चलना नानक लिखिया नाल। कई बार मैं इस पौड़ी नूं पढ़ के ख्याल करता कि गुरु नानक साहिब जी की जन्म साखी दे विच एक उल्लेख है, जिहदे विच कोई विचार करदियां होया गुरु नानक साहिब जी ने कहा सी कि असीं जनक दे ही अवतार हां। तो मैं सोचता कि अष्टावक्र दी गीता जनक नूं उपदेश जो दिता, ओहो ही उपदेश जपजी साहिब दे विच है, पर यह सरल रूप दे विच है, अज दी भाषा दे विच है, अज दे मनुख मात्र नूं ख्याल विच रख के कहा गया है। अष्टावक्र ने जनक नूं ख्याल विच रख के कहा गया सी। अष्टावक्र की बस ये होई फर्क है। गाहो दे नाल देखिए ते उपदेश ओह ही है। इस करके सिखां दे आम सिखां दे पकड़ विच नहीं आउंदे विचार जपजी साहिब जी ने। बहुत टीके हैं फिर भी नहीं, बहुत अर्थ किए गए हैं फिर भी नहीं। भावें बहुत सरल भाषा दे विच है, पर है बहुत गहरी। जिन्नी सरल गल होवे ना उन्नी गहरी हो जाती। बहुत सरल है कि सचियारा होइए कि कूड़े टुटे पा, हुक्म रजाई चलना नानक लिखिया। बड़ी सरल है पर बहुत गहरी है, बहुत गहरी है। समझ लो तो कुछ भी नहीं बचता, कर कुछ भी नहीं बचता, आपा ही नहीं बचते, समझण वाला ही नहीं बचता, बच सकता नहीं। समझ तू परे है ता नहीं बच सकता। समझ समझ के समझ ही खो जानी है, बचना नहीं है, मिट जाना है। फिर कहना है ओही सब गोबिंद है, सब गोबिंद, गोबिंद बिन नहीं कोई। सोत एक मन सत सहंसर, ओत प्रोत प्रभ सोई। इंगे निर्गुण ऊंगे सरगुण, केल करत विच स्वामी मेरा। सब गोबिंद है, सब परमात्मा, सब कुछ हो ही है।
मेरे काम करने वाले, तेरे वाले, इधर वाले, उधर वाले, सब कुछ इको ही है। मेरा तेरा ते है ही कुछ नहीं। जब आपा पर का मिट गया, जत देखो तत तू। जदों मेरा ते तेरा मिट गया ना, उज तू ही। आपा पर का मेरा ते तेरा मिट गया, जत देखो तत तू ही। इको ही है। जो कुछ कर रहा है, जो कुछ हो रहा है, वो ही हो रहा है, वो ही कर रहा है। उदा ही हो रहा है जिद्दां होना है, उदा ही होवेगा जिद्दां होना है। ਉਹਦੇ ਵਿੱਚ कोई भी फेर बदल नहीं हो सकता। ये ਆਪਾਂ ਕਹਿੰਦੇ ਹਾਂ कि हुक्म ਦੇ अंदर सब कुछ हो रहा, फिर हो रहा तो निराश क्यों हाँ? हुक्म अंदर हो ही रहा है, फिर निराश ਆਪਾਂ ਨੂੰ नहीं होना चाहिए। हो ही रहा तो होना ही। थल्ले ਨੂੰ जा रहे हैं तां भी हो रहा है, ऊपर ਨੂੰ जा रहे हैं तां भी हो रहा। जो होना है वो ही हो रहा है। ਜਾਂ ਤਾਂ ਆਪਾਂ ਇਹ ਕਹਿ ਦਈਏ ਵੀ ਜੋ नहीं सी होना वो हो रहा, वो हो नहीं सकता। जो नहीं होना है ना वो हो ही नहीं सकता। जो अणहोनी हो, यह मार्ग संसार को नानक थिरने को। गुरु साहब जी कहते अणहोनी हो ही नहीं सकती। जो होनी है वो ही हो रही है, जो होना है वो ही हो रहा है। कभी ऐसा भी होया कि नहीं होने वाली चीज हो गई होगी, तो फिर जो है, जो हो रहा है वो हो ही होता है, क्योंकि करने वाला एक है। उदा ही हो ही रहा है। हुण भी जो कुछ हो रहा है ਉਹਦੇ ਵਿੱਚ ਆਪਾਂ ਡੁੱਬੀ। जो कुछ सुनाई दे रहा है वो ही है बोल रहा। जो बोलत है मिर्ग मीन पंखेरु, बिन हर जापत नाही हो। ਉਹਦੇ ही गीत गा रहे। जो आवाज आ रही है ਉਹਦਾ है। जो कुछ भी हो रहा है सब कुछ इस वर्तमान दे विच कह दिंदे हां आपां वर्तमान भूत भविख। समा है नहीं, ना भूत है ना भविख है, तो वर्तमान तो किवें हो सकदा? सिर्फ कहण मात्र कि वर्तन दे विच आ रहा है तां आपां वर्तन कह दिंदे। जो है इस पल इस क्षण दे विच ਉਹਦਾ स्वाद लईए, ਉਹਦਾ रस माणीए। ठीक है, जो कुछ भी हो रहा है 100% सानू स्वीकार है। जो होवेगा होवेगा, होना है होना है, हो गया हो गया। जो कुछ भी सर्व स्वीकार दे विच बिल्कुल शांत चित निश्चिंत, सब चिंतावां खत्म हो जांदियां हैं। जपजी साहिब दी पौड़ी नूं समझ लवे तो सारियां चिंता ही समाप्त, कुछ भी नहीं बाकी रहिंदा। हो ही रहा है, जो होना है हो ही रहा, हो ही गया है। जो होना है वो भी हो गया किसी सूक्ष्म रूप दे विच। जिहड़े फुल ने खिड़ना है ना, वो पहला सूक्ष्म रूप दे विच खिड़ ही चुका है। फिर आपां चिंता क्यों करदे भी इदां खिड़े इदां ना खिड़े? खिड़ ही गया है तो फिर हो ही गया है, हो ही रहा।
कहो नानक करते किया बातां, जो किश करना सो कर रहे। जो कुछ करना सो कर रहे, सो कर रहे, ओहो ही कर रहे हैं। करते किया बातां, ਇਹੋ ਹੀ करते दियां बातां, जो कुछ करना सो कर रहे। कर ही रहा, हो ही रहा, पर जो कुछ हो रहा है उन्हें स्वीकार, पूर्ण मन द्वारा 100%। कुछ नहीं सोचना है, जे सोचिया तो स्वीकार नहीं है, ये ख्याल विच रखना। सोच विचार जिहड़ी है वो जो चल पवे फिर आप स्वीकार नहीं करते। स्वीकार का भाव कोई सोच विचार नहीं, ना अगली ना पिछली, सिर्फ बिल्कुल साक्षी दृष्टा। बस बैठे हुए हम देख रहे हैं परमात्मा का तमाशा, बैठे हुए हाँ सुन रहे हैं परमात्मा का नाद। सिर्फ बिल्कुल सुचे बाजीगर का तमाशा चल रहा है। देखो अंदर भी चल रहा है, बाहर भी चल रहा है। देखो अंदर होर ढंग का तमाशा है, बाहर होर ढंग का तमाशा चल रहा है। देखो सुनो, देखो देखो उहदे तमाशे नूं कितना आनंदमयी है। देखो जो कुछ हो रहा है, देखने आए जगत तमाशा, करना नहीं है, देखना है। सिर्फ देखते ही रहना, देखते ही रहना, देखते ही रहना। करने वाला कर रहा है, देखने वाला देख रहा है। बस देख, बिल्कुल सहज भाव नाल बैठ के देखते रहना। जो कुछ भी हो रहा है सोचना विचारना नहीं। मन उत्तेजित, मन देखते रहना। अंदर हनेरा चानन प्रकाश कुछ भी है देखते रहना। जो कुछ भी है, ना चंगा ना माड़ा, ना श्रेष्ठ ना अश्रेष्ठ, ठीक ना गलत, जो कुछ भी है। कोई निर्णय नहीं, कोई सुझाव नहीं, कोई विचार नहीं, सिर्फ देखना।